ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਸਾਰੇ ਜਣੇ ਬਿਲਕੁਲ ਠੀਕ ਠਾਕ ਤੇ ਸਿਹਤ ਜਿਹੜੀ ਹੈ ਸਾਰਿਆਂ ਦੀ ਬਿਲਕੁਲ ਠੀਕ ਠਾਕ ਹੋਵੇਗੀ। ਸੇਵਾ ਸ਼ਬਦ ਜਿਹੜਾ ਹੈ ਬਹੁਤ ਹੀ ਸੋਹਣਾ ਸ਼ਬਦ ਹੈ, ਪਰ ਸੇਵਾ ਕਰਨੀ ਜਿਹੜੀ ਹੈ ਉਹ ਬਹੁਤ ਹੀ ਔਖੀ ਹੁੰਦੀ ਹੈ। ਖਾਸ ਕਰਕੇ ਜਿਹੜੀ ਹੱਥੀਂ ਸੇਵਾ ਕਰਨੀ ਹੁੰਦੀ ਹੈ ਉਹ ਕੋਈ ਸੌਖਾ ਕੰਮ ਨਹੀਂ ਹੁੰਦਾ। ਬਹੁਤ ਸਾਰੀਆਂ ਸੰਸਥਾਵਾਂ ਅਜਿਹੀਆਂ ਨੇ ਜਿਹੜਾ ਕਿ ਇਹ ਸੇਵਾ ਕਰ ਰਹੀਆਂ ਨੇ। ਅਜਿਹੇ ਦੇ ਵਿੱਚ ਸਭ ਤੋਂ ਪੁਰਾਣੀ ਤੇ ਸਭ ਤੋਂ ਜ਼ਿਆਦਾ ਮੋਹਰੇ ਤੌਰ ਦੇ ਉੱਤੇ ਆਪਣੀ ਭੂਮਿਕਾ ਨਿਭਾਉਣ ਵਾਲੀ ਜਿਹੜੀ ਸੰਸਥਾ ਹੈ ਉਹ ਹਮੇਸ਼ਾ ਕੋਸ਼ਿਸ਼ ਕਰਦੀ ਹੈ ਕਿ ਜਿੰਨੇ ਜ਼ਰੂਰਤਮੰਦ ਨੇ, ਸੜਕਾਂ ਦੇ ਉੱਤੇ ਲੋਕ ਫਿਰ ਰਹੇ ਨੇ, ਜਿਨ੍ਹਾਂ ਦੀ ਆਪਣੇ ਵੀ ਬਾਂਹ ਨਹੀਂ ਫੜਦੇ ਪਏ, ਉਹਨਾਂ ਲਈ ਹਮੇਸ਼ਾ ਸਹਾਰਾ ਬਣ ਸਕਣ, ਉਹਨਾਂ ਦੀ ਮਦਦ ਕਰ ਸਕਣ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ ਤੇ ਉਹਨਾਂ ਦੇ ਲਈ ਘਰ ਮੁਹੱਈਆ ਕਰਵਾ ਸਕਣ। ਇਸ ਸੰਸਥਾ ਨੂੰ ਵੈਸੇ ਤੁਸੀਂ ਸਾਰੇ ਜ਼ਰੂਰ ਜਾਣਦੇ ਹੋਵੋਗੇ। ਪ੍ਰਭ ਆਸਰਾ ਸੰਸਥਾ ਦੀ ਇੱਥੇ ਗੱਲ ਹੋ ਰਹੀ ਹੈ। ਪ੍ਰਭ ਆਸਰਾ ਦੇ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਬੇਸਹਾਰਾ ਨੇ, ਜਿਨ੍ਹਾਂ ਨੂੰ ਆਸਰੇ ਦੀ ਲੋੜ ਹੈ, ਉਹਨਾਂ ਨੂੰ ਸਹਾਰਾ ਦਿੱਤਾ ਜਾਏ। ਇਹ ਸੰਸਥਾ ਬਹੁਤ ਪੁਰਾਣੇ ਸਮੇਂ ਤੋਂ ਜਿਹੜੀ ਹੈ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਜੁਟੀ ਹੋਈ ਹੈ। ਹਮੇਸ਼ਾ ਯਤਨ ਕਰਦੀ ਹੈ ਕਿ ਜਿੰਨੇ ਬੇਸਹਾਰਾ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾਏ, ਚਾਹੇ ਉਹ ਬੱਚੇ ਹੋਣ, ਬਜ਼ੁਰਗ ਹੋਣ, ਬੀਬੀਆਂ ਹੋਣ, ਨੌਜਵਾਨ ਹੋਣ, ਜਿਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਹੈ, ਜਿਨ੍ਹਾਂ ਦੀ ਆਪਣੇ ਵੀ ਬਾਂਹ ਨਹੀਂ ਫੜਦੇ, ਉਹਨਾਂ ਦੀ ਕਿਸੇ ਤਰੀਕੇ ਨਾਲ ਮਦਦ ਕੀਤੀ ਜਾ ਸਕੇ। ਸੋ ਇਹ ਸੰਸਥਾ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਵੀ ਪਹੁੰਚੇ ਹੋਏ ਨੇ, ਔਰ ਨਾ ਸਿਰਫ ਬਲਕਿ ਇੰਡੀਆ ਦੇ ਵਿੱਚ ਇਹ ਮਦਦ ਕਰਦੇ ਨੇ ਸਭ ਦੀ, ਬਲਕਿ ਵਰਲਡ ਵਾਈਡ ਇਹਨਾਂ ਦੇ ਵੱਲੋਂ ਜਿਹੜੀ ਹੈ ਉਹ ਸਹਾਇਤਾ ਜਿਹੜੀ ਹੈ ਉਪਲਬਧ ਕਰਾਈ ਜਾਂਦੀ ਹੈ। ਕੈਨੇਡਾ ਦੇ ਵਿੱਚ ਕਈ ਸੰਸਥਾਵਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਲੋੜ ਪੈਂਦੀ ਹੈ ਪ੍ਰਭ ਆਸਰਾ ਦੀ। ਪ੍ਰਭ ਆਸਰਾ ਉੱਥੋਂ ਬੈਠੇ ਇੱਥੇ ਵੀ ਲੋਕਾਂ ਦੀ ਖਾਸ ਤੌਰ ਦੇ ਉੱਤੇ ਮਦਦ ਕਰਦੇ ਨੇ ਜਿੱਥੇ ਵੀ ਲੋੜ ਮਹਿਸੂਸ ਹੁੰਦੀ ਹੈ। ਸੋ ਪ੍ਰਭ ਆਸਰਾ ਦੀ ਟੀਮ ਦੇ ਵੱਲੋਂ ਸਾਡੇ ਨਾਲ ਬੀਬੀ ਰਜਿੰਦਰ ਕੌਰ ਜੀ ਉਹ ਸ਼ਾਮਿਲ ਨੇ ਸਟੂਡੀਓ ਦੇ ਵਿੱਚ। ਉਹਨਾਂ ਨਾਲ ਇਸ ਸੰਸਥਾ ਸੰਬੰਧੀ ਬਹੁਤ ਸਾਰੀਆਂ ਅਸੀਂ ਗੱਲਾਂ ਜਿਹੜੀਆਂ ਨੇ ਕਰਾਂਗੇ, ਔਰ ਜਿਹੜੇ ਕਾਲਰਸ ਕਾਲ ਕਰਨਾ ਚਾਹੁੰਦੇ ਨੇ, ਜਿਹੜੇ ਸੰਸਥਾ ਸੰਬੰਧੀ ਕੋਈ ਵੀ ਆਪਣਾ ਮੈਸੇਜ ਕਨਵੇ ਕਰਨਾ ਚਾਹੁੰਦੇ ਨੇ, ਕੋਈ ਵੀ ਗੱਲ ਕਹਿਣਾ ਚਾਹੁੰਦੇ ਨੇ, ਉਹ ਕਾਲ ਕਰ ਸਕਦੇ ਨੇ। ਤੇ ਜਿਹੜੇ ਫੇਸਬੁੱਕ ਦੇ ਉੱਤੇ ਆਪਣਾ ਕੋਈ ਮੈਸੇਜ ਕਨਵੇ ਕਰਨਾ ਚਾਹੁੰਦੇ ਨੇ, ਉਹ ਫੇਸਬੁੱਕ ਦੇ ਉੱਤੇ ਆਪਣਾ ਜਿਹੜਾ ਕੋਈ ਵੀ ਸਵਾਲ ਹੈ ਜਾਂ ਕੋਈ ਗੱਲ ਕਹਿਣਾ ਚਾਹੁੰਦੇ ਹੋ ਤੇ ਉਹ ਤੁਸੀਂ ਲਿਖ ਸਕਦੇ ਹੋ। ਰਜਿੰਦਰ ਕੌਰ ਜੀ ਜੁੜੇ ਹੋਏ ਨੇ। ਰਜਿੰਦਰ ਕੌਰ ਜੀ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਸਾਰੇ ਵਿਊਜ਼ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਰਜਿੰਦਰ ਜੀ, ਇਸ ਸੰਸਥਾ ਬਾਰੇ ਹਾਲਾਂਕਿ ਜ਼ਿਆਦਾ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਸਾਰੇ ਆਲਰੇਡੀ ਜਾਣਦੇ ਨੇ ਪ੍ਰਭ ਆਸਰਾ ਦੀ ਟੀਮ ਕਿਵੇਂ ਕੰਮ ਕਰਦੀ ਹੈ, ਪ੍ਰਭ ਆਸਰਾ ਸੰਸਥਾ ਜਿਹੜੀ ਹੈ ਕੀ ਹੈ। ਫਿਰ ਵੀ ਅਸੀਂ ਜਾਣਨਾ ਚਾਹਾਂਗੇ ਕਿ ਇਸ ਸੰਸਥਾ ਕਿਵੇਂ ਹੁਣ ਆਪਣਾ ਕੰਮ ਕਰ ਰਹੀ ਹੈ, ਪਿਛਲੇ ਕਿੰਨੇ ਸਾਲ ਹੋ ਚੁੱਕੇ ਨੇ ਤੇ ਕਿਵੇਂ ਸਾਰਾ ਓਵਰਆਲ ਕੰਮਕਾਰ ਚੱਲ ਰਿਹਾ ਹੈ। ਪ੍ਰਭ ਆਸਰਾ ਬੇਸਹਾਰਾ ਲਵਾਰਿਸ ਜਿਹੜੇ ਗੁੰਮਸ਼ੁਦਾ, ਲਾਚਾਰ, ਮੈਂਟਲੀ ਚੈਲੰਜ, ਸੜਕਾਂ 'ਤੇ ਕਿਸੇ ਕਾਰਨ ਕਰਕੇ ਰੁਲ ਗਏ ਹੈਗੇ ਆ, ਜਾਂ ਬਰਥ ਹੀ ਨਹੀਂ ਉਹਨਾਂ ਦਾ ਬ੍ਰੇਨ ਡਿਵੈਲਪ ਹੋਇਆ, ਅਬੈਂਡਨ ਕਰ ਦਿੱਤੇ ਗਏ, ਜਾਂ ਰੇ ਵਿਕਟਮਸ, ਪ੍ਰੈਗਨੈਂਟ ਲੇਡੀਜ਼, ਪੰਗੂੜਾ ਲਗਾਇਆ ਉਹਦੇ ਵਿੱਚ ਬੱਚੇ, ਮਾਤਾ ਕਈ ਮੈਂਟਲੀ ਸਿਕ ਮਦਰਸ ਦੇ ਨਾਲ ਬੱਚੇ ਮਿਲਦੇ ਆ, ਉਹਨਾਂ ਦੀ ਰੀਹੈਬਲੀਟੇਸ਼ਨ, ਕੇਅਰ ਤੇ ਟ੍ਰੀਟਮੈਂਟ ਲਈ ਤਕਰੀਬਨ ਪਿਛਲੇ 18 ਸਾਲਾਂ 'ਚ ਉਪਰਾਲਾ ਕਰ ਰਹੀ ਹੈਗੀ ਹੈ, ਹੈਲਪ ਸਪੋਰਟ ਕਰ ਰਹੀ ਹੈ। ਜਿੱਥੇ ਕਿ ਪਿਛਲੇ 18 ਸਾਲਾਂ 'ਚ 1900 ਤੋਂ ਉੱਪਰ ਪ੍ਰਾਣੀ ਸਾਡੇ ਕੋਲ ਦਾਖਲ ਹੋਏ ਹੈ, ਜਿਨ੍ਹਾਂ ਵਿੱਚੋਂ 1300 ਦੇ ਕਰੀਬ ਉਹਨਾਂ ਦੀਆਂ ਫੈਮਲੀ ਸਟ੍ਰੈਸ ਕਰਕੇ ਉਹਨਾਂ ਨੂੰ ਫਿਰ ਤੋਂ ਰੀਯੂਨਾਈਟ ਕਰਾਇਆ ਗਿਆ। ਤਕਰੀਬਨ 450 ਪ੍ਰਾਣੀ ਸੰਸਥਾ ਦੇ ਵਿੱਚ 3 ਜਿਹੜੀਆਂ ਸਾਡੀਆਂ ਲੋਕੇਸ਼ਨਸ ਹੈਗੀਆਂ ਉੱਥੇ ਰਹਿ ਕੇ ਰੀਹੈਬਲੀਟੇਸ਼ਨ ਦੇ ਅੰਡਰ, ਟ੍ਰੀਟਮੈਂਟ ਦੇ ਅੰਦਰ, ਕੇਅਰ ਦੇ ਅੰਦਰ ਰਹਿ ਰਹੇ ਹੈਗੇ। ਬਿਲਕੁਲ। ਇਸ ਆਰਗੇਨਾਈਜੇਸ਼ਨ ਦੀ ਜਦੋਂ ਸ਼ੁਰੂਆਤ ਹੋਈ ਸੀ ਤਾਂ ਨੋ ਡਾਊਟ ਸ਼ੁਰੂਆਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜ਼ਿਆਦਾ ਪੂਰੀਆਂ ਨਹੀਂ ਹੋ ਪਾਉਂਦੀਆਂ। ਉਹ ਕਾਫੀ ਹੁਣ ਸਾਲ ਬੀਤ ਚੁੱਕੇ ਨੇ। ਅੱਜ ਜਿਹੜੀ ਹੈ ਇਹ ਸੰਸਥਾ ਕਿੱਥੇ ਸਟੈਂਡ ਕਰਦੀ ਹੈ, ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਵੀ ਅਸੀਂ ਜਿਹੜਾ ਮੁਕਾਮ ਹਾਸਲ ਕਰਨਾ ਚਾਹੁੰਦੇ ਸੀ, ਜਿਹੜੀ ਲਿਸਟ ਵਿੱਚ ਅਸੀਂ ਪਹੁੰਚਣਾ ਚਾਹੁੰਦੇ ਸੀ ਵੀ ਅਸੀਂ ਇਸ ਹੱਦ ਤੱਕ ਜਾ ਕੇ ਲੋਕਾਂ ਦੀ ਮਦਦ ਕਰਨੀ ਹੈ, ਕੀ ਉਹ ਸਾਰੀਆਂ ਜ਼ਰੂਰਤਾਂ ਹੁਣ ਪੂਰੀਆਂ ਹੁੰਦੀਆਂ ਨੇ ਰਜਿੰਦਰ ਜੀ? ਜੇ ਦੇਖਿਆ ਜਾਏ ਇੰਡੀਆ ਵਿੱਚ, ਕਿਉਂਕਿ ਸਰਕਾਰ ਦੇ ਐਕਟ ਬਣੇ ਹੋਏ ਆ ਲੇਕਿਨ ਇਨਫਰਾਸਟਰਕਚਰ ਉੱਦਾਂ ਦਾ ਪ੍ਰੋਪਰ ਨਹੀਂ ਹੈਗਾ ਡਿਵੈਲਪ ਕੀਤਾ ਗਿਆ ਕਿ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ, ਜਿਹੜੇ ਵਿਚਾਰੇ ਲਾਚਾਰ ਹੈਗੇ ਜਾਂ ਲੋੜਵੰਦ ਹੈਗੇ ਆ। ਅਤੇ ਉਸੇ ਕੋਸ਼ਿਸ਼ ਵਿੱਚ ਜਿਵੇਂ ਕਹਿੰਦੇ ਕਿ ਸਾਡਾ ਕੋਈ ਇਸ ਤਰ੍ਹਾਂ ਦਾ ਗੋਲ ਨਹੀਂ ਸੀਗਾ ਕਿ ਵੀ ਅਸੀਂ ਇਸ ਸੰਸਥਾ ਨੂੰ ਸ਼ੁਰੂ ਕਰਨਾ, ਬਟ ਜਦੋਂ ਇੱਦਾਂ ਦੇ ਲਾਚਾਰ ਲੋਕ ਸੜਕਾਂ 'ਤੇ ਰੁਲਦੇ ਦੇਖੇ, ਕੋਸ਼ਿਸ਼ ਕੀਤੀ ਉਹਨਾਂ ਦੀ ਸਪੋਰਟ ਕਰਨ ਦੀ, ਬਟ ਨਹੀਂ ਹੋ ਪਾਈ, ਕਿਤੋਂ ਸਰਕਾਰੀ ਇਨਫਰਾਸਟਰਕਚਰ ਨਹੀਂ ਲੱਭਿਆ ਉੱਦਾਂ ਦਾ, ਤਾਂ ਫਿਰ ਇਹ ਘਰ ਮਤਲਬ ਸ਼ੁਰੂ ਕਰਨਾ ਪਿਆ। ਅਤੇ ਇਹਦੇ ਵਿੱਚ ਹੀ ਜਦੋਂ ਵੀ ਹੁਣ ਅਸੀਂ ਅੱਗੇ ਵੱਧਦੇ ਹਾਂ, ਜਿੱਥੇ ਵੀ ਪ੍ਰੋਬਲਮ ਦੇਖਦੇ ਹੈਗੇ ਆ ਉੱਥੇ ਹੀ ਹੈਲਪ ਸਪੋਰਟ ਕਰਨ ਦੀ ਕੋਸ਼ਿਸ਼ ਕਰੀਦੀ ਹੈ ਆਪਣੇ ਵੱਲੋਂ ਵੱਧ ਤੋਂ ਵੱਧ ਜਿੰਨਾ ਕਰ ਸਕਦੇ ਆ। ਹੁਣ ਜਿਵੇਂ ਕੋਵਿਡ ਦੇ ਵਿੱਚ ਵੀ ਸਾਡੇ ਕੋਲ ਪ੍ਰਾਣੀ ਸਾਡੇ ਕੋਲ ਪਹੁੰਚ ਕਰ ਰਹੇ ਸੀਗੇ ਕਿ ਸਾਡੇ ਕੋਲ ਰਾਸ਼ਨ ਦੀ ਪ੍ਰੋਬਲਮ ਆ ਰਹੀ ਹੈ, ਬਿਕੋਜ਼ ਇੱਕੋ ਦਮ ਹੀ ਲੋਕਡਾਊਨ ਲੱਗ ਗਿਆ। ਤਾਂ ਫਿਰ ਉਦੋਂ
ਅਸੀਂ ਹਜ਼ਾਰਾਂ ਦੀ ਤਾਦਾਦ ਵਿੱਚ ਕੋਵਿਡ ਕਿਟਸ ਤੇ ਰਾਸ਼ਨ ਕਿਟਸ ਵੰਡੀਆਂ। ਸਾਰੀ ਸੇਫਟੀ ਨੂੰ ਮੱਦੇਨਜ਼ਰ ਦੇਖਦੇ ਹੋਏ ਉਹਨਾਂ ਦੇ ਘਰ ਦੇ ਬਰੂਹਾਂ ਤੱਕ ਅਸੀਂ ਇਹ ਕੋਵਿਡ ਕਿਟਸ ਤੇ ਰਾਸ਼ਨ ਕਿਟਸ ਮਹੀਨੇ ਦਾ ਰਾਸ਼ਨ ਪੈਕ ਕਰਕੇ ਸਾਰੀਆਂ ਪਹੁੰਚਾਈਆਂ। ਤੇ ਨਾਲ ਹੀ ਉਧਰ ਫੀਲ ਹੋ ਰਿਹਾ ਸੀਗਾ ਕਿ ਐਂਬੂਲੈਂਸਸ ਦੀ ਘਾਟ ਹੈਗੀ ਹੈ। ਕੋਵਿਡ ਦੇ ਪੇਸ਼ੈਂਟਸ ਜਿਹੜੇ ਕਿ ਬਹੁਤ ਜ਼ਿਆਦਾ ਪ੍ਰੋਬਲਮ 'ਚ ਜਾ ਰਹੇ ਹੈਗੇ ਆ, ਜਿਨ੍ਹਾਂ ਨੂੰ ਵੈਂਟੀਲੇਟਰਸ ਤੇ ਭੇਜਣ ਦੀ ਲੋੜ ਹੈਗੀ ਹੈ ਜਾਂ ਜ਼ਿਆਦਾ ਦਿੱਕਤ ਸਾਹ 'ਚ ਦਿੱਕਤ ਆ ਰਹੀ ਹੈ, ਉਹਨਾਂ ਨੂੰ ਹਸਪੀਟਲ ਪਹੁੰਚਾਉਣ ਵਾਸਤੇ ਸਾਡੀਆਂ 2 ਐਂਬੂਲੈਂਸਿਸ ਰੈਗੂਲਰਲੀ ਹੀ ਦੋਨੋਂ ਫੇਸਿਸ ਵਿੱਚ ਕੰਮ ਕਰਦੀਆਂ ਰਹੀ ਹੈਗੀਆਂ। ਨਾਲ ਹੀ ਜਿਵੇਂ ਉੱਥੇ ਫਾਰਮਰ ਪ੍ਰੋਟੈਸਟ ਸ਼ੁਰੂ ਹੋ ਗਿਆ, ਉੱਥੇ ਵੀ ਲੱਗਿਆ ਕਿ ਵੀ ਜਾਨਾਂ ਜਾ ਰਹੀਆਂ ਹੈਗੀਆਂ ਤੇ ਉੱਥੇ ਫ੍ਰੀ ਮੈਡੀਕਲ ਕੈਂਪ ਡਾਕਟਰ ਸਾਡੇ ਵਿਜ਼ਿਟ ਕਰਦੇ ਰਹੇ ਰੈਗੂਲਰ। ਤੇ ਨਾਲ ਹੀ ਪਹਿਲਾਂ 2 ਐਂਬੂਲੈਂਸਿਸ ਵਰਕ ਕਰਦੀਆਂ ਰਹੀਆਂ, ਫਿਰ ਹੁਣ 1 ਐਂਬੂਲੈਂਸ ਰੈਗੂਲਰ ਹੀ ਵਰਕ ਕਰਦੀ ਰਹੀ ਹੈ ਉੱਥੇ। ਤੇ ਜਦੋਂ ਮਤਲਬ ਕੋਵਿਡ ਆਇਆ ਤਾਂ ਸਾਨੂੰ ਵੀ ਰੈਗੂਲਰ ਹੀ ਜਿਹੜਾ ਪ੍ਰਸ਼ਾਸਨ ਹੈਗਾ, ਕੁਝ ਕੋਵਿਡ ਪੋਜ਼ਿਟਿਵ ਪੇਸ਼ੈਂਟ ਵੀ ਉਹਨਾਂ ਨੇ ਭੇਜੇ ਬਿਨਾਂ ਟੈਸਟ ਕਰਵਾਏ, ਕੁਝ ਦੂਜੇ ਵੀ। ਸਾਨੂੰ ਸੇਫਟੀ ਮੈਜਰਸ ਲੈਣੇ ਬਹੁਤ ਜ਼ਰੂਰੀ ਸੀਗੇ ਕਿਉਂਕਿ ਸਾਡੇ ਕੋਲ ਕਾਫੀ 500 ਤੋਂ ਉੱਪਰ ਪ੍ਰਾਣੀ ਤਾਂ ਸਿਰਫ ਪੜਿਆਲਾ ਵਾਲੀ ਬ੍ਰਾਂਚ ਕੁਰਾਲੀ ਵਿਖੇ ਹੀ ਹੈਗੇ ਆ। ਤੇ ਉਹਨਾਂ ਦੀ ਸੇਫਟੀ ਨੂੰ ਮੱਦੇਨਜ਼ਰ ਸਾਡੇ ਕੋਲ ਜਦੋਂ ਬਾਹਰੋਂ ਪਬਲਿਕ ਪਹੁੰਚਣ ਲੱਗੀ ਕਿ ਵੀ ਸਾਨੂੰ ਆਪਣੇ ਡਾਕਟਰਸ ਤੋਂ ਚੈੱਕਅਪ ਕਰਵਾਇਆ ਜਾਵੇ ਤੇ ਸਾਨੂੰ ਵੀ ਰਾਹਤ ਮਿਲੇ, ਕਿਉਂਕਿ ਕਾਫੀ ਇੱਦਾਂ ਦੀਆਂ ਪ੍ਰੋਬਲਮ ਸੀਗੀਆਂ ਜਿਹੜੀਆਂ ਕੋਵਿਡ ਤੋਂ ਹਟ ਕੇ ਸੀਗੀਆਂ, ਲੇਕਿਨ ਬਾਹਰ ਵਾਲੇ ਹਸਪੀਟਲਸ ਉਹਨਾਂ ਨੂੰ ਨਾ ਤਾਂ ਐਡਮਿਟ ਕਰ ਰਹੇ ਸੀਗੇ, ਨਾ ਹੀ ਉਹਨਾਂ ਨੂੰ ਮਤਲਬ ਉਹਨਾਂ ਦੀ ਪ੍ਰੋਬਲਮ ਰਿਜ਼ੋਲਵ ਹੋ ਰਹੀ ਸੀਗੀ, ਬਲਕਿ ਉਹ ਕ੍ਰਿਟੀਕਲ ਹੋਈ ਜਾ ਰਹੀ ਸੀਗੀ। ਤੇ ਸਾਡੇ ਵੀ ਕੁਝ ਪੇਸ਼ੈਂਟ ਇੱਦਾਂ ਦੇ ਸੀਗੇ ਜਿਨ੍ਹਾਂ ਨੂੰ ਐਡਮਿਸ਼ਨ ਦੀ ਲੋੜ ਸੀਗੀ, ਜਿਹੜੇ ਕਿ ਸੀਰੀਅਸ ਹੋ ਰਹੇ ਸੀਗੇ, ਕਿਉਂਕਿ ਸਾਡੇ ਕੋਲ ਪਹਿਲਾਂ ਹੀ ਕ੍ਰਿਟੀਕਲ ਪੇਸ਼ੈਂਟ ਆਉਂਦੇ ਹੈਗੇ ਆ। ਤੇ ਜਦੋਂ ਅਸੀਂ ਹਸਪੀਟਲ ਲੈ ਕੇ ਗਏ ਸਾਨੂੰ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਹ ਕਹਿੰਦੇ ਕਿ ਇੱਥੇ ਸਿਰਫ ਕੋਵਿਡ ਪੇਸ਼ੈਂਟ ਹੀ ਅਸੀਂ ਰੱਖ ਸਕਦੇ ਹਾਂ, ਦੂਜੇ ਨਹੀਂ। ਚਲੋ ਅਸੀਂ ਤਾਂ ਕਿਸੇ ਤਰ੍ਹਾਂ ਡਾਇਰੈਕਟਰ ਲੈਵਲ ਤੱਕ ਪਹੁੰਚ ਕਰਕੇ ਉਹਨਾਂ ਦੀ ਐਡਮਿਸ਼ਨਸ ਕਰਵਾ ਲਈਆਂ, ਲੇਕਿਨ ਆਮ ਪਬਲਿਕ ਲਈ ਇਹ ਬਹੁਤ ਵੱਡਾ ਦਿੱਕਤ ਸੀ, ਬਹੁਤ ਵੱਡੀ ਪ੍ਰੋਬਲਮ ਸੀਗੀ। ਫਿਰ ਉਹਨਾਂ ਦੀਆਂ ਪ੍ਰੋਬਲਮਸ ਨੂੰ ਦੇਖਦੇ ਹੋਏ ਸਾਨੂੰ ਐਮਰਜੈਂਸੀ ਹਾਲਾਤਾਂ ਵਿੱਚ ਇੱਕ ਹੋਟਲ ਦਾ ਐਗਰੀਮੈਂਟ ਕਰਨਾ ਪਿਆ ਤੇ ਕੁਰਾਲੀ ਚਨਾਲੋਂ ਵਿਖੇ। ਐਗਰੀਮੈਂਟ ਕਰਕੇ ਫਿਰ ਉਹਨੂੰ ਅਸੀਂ ਇਨਫਰਾਸਟ੍ਰਕਚਰ ਨੂੰ ਰੈਨੋਵੇਟ ਕੀਤਾ, ਐਜ਼ ਅ ਹਸਪੀਟਲ ਉਹਨੂੰ ਤਿਆਰ ਕੀਤਾ। ਤੇ ਫੈਬਰਵਰੀ ਤੋਂ ਜਦੋਂ ਡੈਲਟਾ ਲਹਿਰ ਆਈ ਆ ਉਸ ਤੋਂ ਪਹਿਲਾਂ ਹੀ ਤਕਰੀਬਨ ਉਸ ਦੇ ਵਿੱਚ ਜੀ ਸਾਡਾ ਹਸਪੀਟਲ ਸ਼ੁਰੂ ਹੋ ਚੁੱਕਿਆ ਸੀਗਾ ਤੇ ਕਾਫੀ ਸਾਡੇ ਕੋਲ ਹੋਰ ਪੇਸ਼ੈਂਟ ਵੀ ਤੇ ਕੋਵਿਡ ਪੋਜ਼ਿਟਿਵ ਪੇਸ਼ੈਂਟ ਵੀ ਸਾਡੇ ਕੋਲ ਪਹੁੰਚ ਕਰਦੇ ਰਹੇ ਹੈਗੇ ਆ। ਨਾਲ ਲੱਗਦੀ ਆਕਸੀਜਨ ਕੌਨਸੈਂਟਰੇਟਰਸ ਦੀ ਵੀ ਅਸੀਂ ਜਿੱਥੇ ਜਿੱਥੇ ਲੋੜ ਸੀਗੀ ਉਦੋਂ ਸਪਲਾਈ ਕੀਤੀ, ਹੈਲਪ ਕੀਤੀ। ਤੇ ਸਾਡਾ ਰੈਗੂਲਰਲੀ ਜਿਵੇਂ ਡਿਜ਼ਾਸਟਰ ਰਿਲੀਫ 'ਚ ਵੀ ਅਸੀਂ ਹੈਲਪ ਸਪੋਰਟ ਕਰਦੇ ਹਾਂ। ਇਹ ਸਾਡੇ ਰੈਗੂਲਰ ਪ੍ਰੋਜੈਕਟਸ ਹੈਗੇ ਆ। ਜਿਵੇਂ ਕਹਿੰਦੇ ਕਿ ਅੱਗੇ ਜਦੋਂ ਅਸੀਂ ਦੇਖਦੇ ਹੈਗੇ ਆ, ਕਿਉਂਕਿ ਬਹੁਤ ਲੰਬਾ ਉਹ ਹੈਗਾ, ਸੁਪਨੇ ਬਹੁਤ ਹੈਗੇ ਆ। ਅਸੀਂ ਚਾਹੁੰਦੇ ਸੀਗੇ ਕਿ ਐਂਬੂਲੈਂਸਿਸ ਸਰਵਿਸਿਜ਼ ਸਾਡੀਆਂ ਇੱਦਾਂ ਦੀਆਂ ਹੋਣ ਕਿ ਆਲ ਓਵਰ ਪੰਜਾਬ ਜਾਂ ਲੋਕਲ ਹੋਰ ਵੀ ਨੇੜੇ ਦੀਆਂ ਸਟੇਟਸ ਦੇ ਵਿੱਚ ਜਿੱਥੇ ਵੀ ਐਮਰਜੈਂਸੀ ਲੋੜ ਪਵੇ ਐਂਬੂਲੈਂਸ ਅਵੇਲੇਬਲ ਹੋਣੀ ਚਾਹੀਦੀ ਹੈ। ਬਿਕੋਜ਼ ਸਰਕਾਰ ਦੀ ਐਂਬੂਲੈਂਸ ਹਜੇ ਵੀ ਸੜਕਾਂ ਤੋਂ ਚੱਕ ਕੇ ਹਸਪਤਾਲ ਤੱਕ ਵੀ ਨਹੀਂ ਪਹੁੰਚਾਉਂਦੀ। ਕਈ ਇੱਦਾਂ ਦੇ ਵਿਚਾਰੇ ਲਾਚਾਰ ਹੁੰਦੇ ਹੈਗੇ ਆ। ਜਿਹੜਾ ਕੋਈ ਮਤਲਬ ਮੈਂਟਲੀ ਸਿੱਖ ਹੈਗਾ ਉਹਨੂੰ ਤਾਂ ਬਿਲਕੁਲ ਨਹੀਂ ਚੱਕਦੀ। ਐਕਸੀਡੈਂਟਲ ਕੇਸਿਸ ਦੀ ਅਲੱਗ ਗੱਲ ਹੈਗੀ ਹੈ, ਬਟ ਉਹ ਬੰਦੇ ਫਿਰ ਰੁਲ ਜਾਂਦੇ ਆ। ਫਿਰ ਹੁਣ ਐਂਬੂਲੈਂਸਿਸ ਅਸੀਂ ਚਾਹੁੰਦੇ ਹਾਂ ਕਿ ਵੀ ਹਾਈ ਲੈਵਲ ਤੇ ਐਂਬੂਲੈਂਸਿਸ ਦਾ ਕੰਮ ਜ਼ਰੂਰ ਹੋਣਾ ਚਾਹੀਦਾ ਹੈਗਾ। ਇੱਕ ਜਿਹੜਾ ਹਸਪੀਟਲ ਹੈਗਾ ਹੁਣ 25 ਡਾਕਟਰ ਕੰਮ ਕਰ ਰਹੇ ਆ ਤੇ ਜਿਹੜੀ ਅੱਜ ਦੀ ਸੀ ਉੱਥੇ ਫੈਸਿਲਿਟੀ ਡਾਇਗਨੋਸਟਿਕ ਸੈਂਟਰ ਤੇ ਫਾਰਮੇਸੀ ਦੀ ਉਹ ਅਸੀਂ ਦੇ ਰਹੇ ਹੈਗੇ ਆ ਚੈਰੀਟੇਬਲ ਰੇਟਸ ਤੇ ਸਾਰੀ ਕਾਸਟ ਟੂ ਕਾਸਟ ਹੈਗਾ, ਉਹ ਵੀ ਛੋਟਾ ਪੈ ਰਿਹਾ ਹੈ। ਪਬਲਿਕ ਨੂੰ ਬਹੁਤ ਜ਼ਿਆਦਾ ਲੋੜਾਂ ਮਹਿਸੂਸ ਹੋ ਰਹੀਆਂ, ਹਸਪੀਟਲ ਵੱਡਾ ਕਰਨ ਦੀ ਲੋੜ ਹੈਗੀ ਹੈ। ਨਾਲ ਲੱਗਦੀ ਹੀ ਸਾਡਾ ਜਿਵੇਂ ਕਿ ਸਪੈਸ਼ਲ ਸਕੂਲ ਬੱਚਿਆਂ ਲਈ ਆਸ-ਪਾਸ ਦੇ ਏਰੀਏ 'ਚ ਹੈ ਹੀ ਨਹੀਂ ਹੈ ਜਿੱਥੇ ਕਿ ਸਪੈਸ਼ਲ ਬੱਚੇ ਦਿਨ ਵਿੱਚ ਜਾ ਕੇ ਕੁਝ ਸਿੱਖ ਸਕਣ ਆਪਣੇ IQ ਦੇ ਲੈਵਲ ਦੇ ਹਿਸਾਬ ਨਾਲ। ਬਿਕੋਜ਼ ਆਮ ਨੋਰਮਲ ਸਕੂਲਾਂ ਵਿੱਚ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲਦੀ। ਕਿਉਂਕਿ ਸਾਡੇ ਬੱਚੇ ਅਸੀਂ ਉਹਨਾਂ ਨੂੰ ਸਪੈਸ਼ਲ ਐਜੂਕੇਸ਼ਨ ਦਿੰਦੇ ਹਾਂ ਤੇ ਨਾਲ ਹੀ ਸਪੈਸ਼ਲ ਟ੍ਰੇਨਿੰਗਸ ਵੀ ਹੈਗੀਆਂ ਜਿਹਦੇ ਵਿੱਚ ਸਪੈਸ਼ਲ ਓਲੰਪਿਕਸ ਦੇ ਵਿੱਚ ਵੀ ਮੱਲਾਂ ਮਾਰ ਚੁੱਕੇ ਹੈਗੇ ਆ। ਤੇ ਸਕਿੱਲ ਡਿਵੈਲਪਮੈਂਟ ਵੋਕੇਸ਼ਨਲ 'ਚ ਵੀ ਉਹ ਕਾਫੀ ਇੰਨੀਆਂ ਚੀਜ਼ਾਂ ਕ੍ਰੀਏਟਿਵ ਚੀਜ਼ਾਂ ਬਣਾਉਂਦੇ ਹੈਗੇ ਆ। ਤੇ ਆਮ ਨਾਗਰਿਕ ਨੂੰ ਵੀ ਇਹ ਫੈਸਿਲਿਟੀ ਸਹੂਲਤ ਦੀ ਜ਼ਰੂਰਤ ਹੈਗੀ ਹੈ। ਤੇ ਇਹਨਾਂ ਦਾ ਜਿਵੇਂ ਰੈਗੂਲਰ ਇਨਕਮਿੰਗ ਬਹੁਤ ਹੈ ਤੇ ਇਹਨਾਂ ਦੇ ਹੋਰ ਵੀ ਘਰ ਡਿਵਾਈਡਡ ਉਹਨਾਂ ਦੀਆਂ। ਬਿਕੋਜ਼ ਹੁਣ ਵੀ
ਇੱਕ ਘਰ ਦੇ ਵਿੱਚ ਜਿਵੇਂ ਫੀਮੇਲ ਸੈਕਸ਼ਨ ਹੈ ਜੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਕੈਟਾਗਰੀਜ਼ ਹੈਗੀਆਂ। ਬਜ਼ੁਰਗ ਔਰਤ ਹੈਗੇ ਆ ਜਿਹੜੇ ਕਿ ਅਬੈਂਡਨ ਕਰ ਦਿੱਤੇ ਗਏ, ਬਟ ਮੈਂਟਲੀ ਕੁਝ ਸਾਊਂਡ ਹੈਗੇ ਆ, ਕੁਝ ਇਦਾਂ ਦੇ ਜਿਹੜੇ ਹਾਈਪਰ ਐਕਟਿਵ ਹੈਗੇ ਆ, ਅਗਰੈਸਿਵ ਹੈਗੇ ਆ, ਜਾਂ ਕੁਝ ਇਦਾਂ ਦੇ ਹੈਗੇ ਆ ਜਿਹੜੇ ਕਿ ਬਲਾਈਂਡ ਹੈਗੇ ਆ ਜਾਂ ਡੈਫ ਐਂਡ ਮਿਊਟ ਹੈਗੇ ਆ, ਤੇ ਕੁਝ ਜਿਹੜੇ ਕਿ ਮੈਂਟਲੀ ਬਿਲਕੁਲ ਸਟੇਬਲ ਹੀ ਨਹੀਂ ਹੈਗੇ, ਜਾਂ ਬਾਈ ਬਰਥ ਨਹੀਂ ਡਿਵੈਲਪ ਹੋਏ ਜਾਂ ਇਲਨੈਸ ਦੇ ਸ਼ਿਕਾਰ ਹੈ। ਉਹਨਾਂ ਦੀਆਂ ਸਭ ਦੀ ਕੈਟਾਗਰੀਜ਼ ਅਲੱਗ ਕਰਕੇ ਉਹਨਾਂ ਨੂੰ ਸੈਗਰੀਗੇਟ ਕਰਨ ਦੀ ਲੋੜ ਆ। ਉਹ ਹਜੇ ਸਾਡੇ ਅਸੀਂ ਉਸ ਤੋਂ ਬਹੁਤ ਪਿੱਛੇ ਹੈਗੇ ਆ। ਸਾਰਿਆਂ ਨੂੰ ਇੱਕ ਜਗ੍ਹਾ ਰੱਖਿਆ ਹੋਇਆ ਤੇ ਕਈ ਵਾਰੀ ਕੋਈ ਧੱਕਾ ਮਾਰ ਦਿੰਦਾ ਮਾਤਾ ਨੂੰ ਜਾਂ ਕਿਸੇ ਨੂੰ, ਬਜ਼ੁਰਗ ਨੂੰ, ਤਾਂ ਬਹੁਤ ਸੱਟ ਲੱਗ ਜਾਂਦੀ ਹੈ। ਇੱਕ ਦੋ ਦੇ ਚੂਲੇ ਵੀ ਟੁੱਟ ਚੁੱਕੇ ਆ, ਜਾਂ ਸਾਨੂੰ ਰਾਤ ਨੂੰ ਟਾਂਗੇ ਲਗਵਾਉਣ ਜਾਣਾ ਪੈਂਦਾ ਹੈਗਾ। ਬਟ ਮਜਬੂਰੀ ਹੈ ਕਿ ਉਹਨਾਂ ਨੂੰ ਹਜੇ ਅਸੀਂ ਇਕੱਠੇ ਰੱਖਿਆ ਹੋਇਆ, ਲੇਕਿਨ ਆਉਣ ਵਾਲੇ ਦਿਨਾਂ 'ਚ ਅਸੀਂ ਇਹੀ ਪਲਾਨ ਕਰ ਰਹੇ ਹਾਂ ਕਿ ਵੀ ਉਹਨਾਂ ਨੂੰ ਅਲੱਗ-ਅਲੱਗ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜੀ ਸੋ ਕਿਹੜੀ ਕੈਟਾਗਰੀ ਦੇ ਲੋਕ ਰਜਿੰਦਰ ਜੀ ਹੁੰਦੇ ਨੇ ਤੁਹਾਡੇ ਕੋਲ, ਔਰ ਕਿਵੇਂ ਇਹ ਜ਼ਰੂਰਤਮੰਦ ਜਿਹੜੇ ਹੁੰਦੇ ਨੇ ਤੁਹਾਡੇ ਤੱਕ ਕਿਵੇਂ ਪਹੁੰਚ ਜਾਂਦੇ ਨੇ? ਤੁਸੀਂ ਕੋਈ ਆਪਣੇ ਵੱਲੋਂ ਤੁਹਾਡਾ ਕੋਈ ਇਦਾਂ ਦਾ ਚੱਲਦਾ ਹੈ ਰਿਵਿਊ ਕਿ ਵੀ ਜਿਹੜੇ ਜ਼ਰੂਰਤਮੰਦ ਹੈ ਉਹਨਾਂ ਨੂੰ ਤੁਸੀਂ ਭਾਲ ਕੇ ਲਿਆਉਂਦੇ ਹੋ, ਜਾਂ ਫਿਰ ਕਿਵੇਂ ਸਾਰਾ ਫੰਕਸ਼ਨ ਕੰਮ ਕਰਦਾ ਹੈ? ਪਹਿਲਾਂ ਅਸੀਂ ਖੁਦ ਲੈ ਆਉਂਦੇ ਸੀ, ਸਾਨੂੰ ਕੋਈ ਇਦਾਂ ਦੇ ਮਿਲਦੇ ਸੀ ਸੱਜਣ, ਬਟ ਸਾਨੂੰ ਅਸੀਂ 2012 ਵਿੱਚ ਕੋਰਟ ਗਏ ਤਾਂ ਉਹ ਕਹਿੰਦੇ ਕਿ ਵੀ ਤੁਸੀਂ ਕਿਸੇ ਨੂੰ ਨਹੀਂ ਇਦਾਂ ਚੱਕ ਸਕਦੇ, ਤੁਹਾਡੇ ਤੇ ਕੋਈ ਵੀ ਮਤਲਬ ਸੂ ਕਰ ਸਕਦਾ ਤੁਹਾਨੂੰ। ਸੋ ਵੀ ਤੁਸੀਂ ਇੱਕ ਸਰਕਾਰ ਦੇ ਕੰਮ ਹੈਗੇ ਆ, ਤੁਸੀਂ ਇੱਕ ਮਤਲਬ ਹੈਲਪਲਾਈਨਸ ਦਾ ਅਸੀਂ ਅਵੇਅਰਨੈਸ ਨਾਲ ਦੀ ਨਾਲ ਕਰਦੇ ਹੈਗੇ ਆ, ਤੇ ਉਹਦੇ ਫਿਰ ਪ੍ਰਸ਼ਾਸਨ ਸਾਡੇ ਕੋਲ ਅਲੱਗ-ਅਲੱਗ ਮਹਿਕਮਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਲੈ ਕੇ ਆਉਂਦੇ ਆ, ਕੋਰਟ ਵੱਲੋਂ ਵੀ ਰੈਫਰ ਕੀਤੇ ਜਾਂਦੇ ਆ, ਹਸਪੀਟਲ ਅਥਾਰਟੀ ਜਿਹੜੇ ਐਕਸੀਡੈਂਟਲ ਕੇਸਿਸ ਕੋਈ ਨਹੀਂ ਸੰਭਾਲਣ ਵਾਲਾ ਹੈਗਾ ਉਹ ਸਾਡੇ ਕੋਲ ਰੈਫਰ ਕੀਤੇ ਜਾਂਦੇ ਆ। ਚਾਈਲਡ ਵੈਲਫੇਅਰ ਕਮੇਟੀ, ਸੋਸ਼ਲ ਵੈਲਫੇਅਰ ਡਿਪਾਰਟਮੈਂਟ, ਅਲੱਗ-ਅਲੱਗ ਸਰਕਾਰੀ ਮਹਿਕਮੇ ਜਾਂ ਪੁਲਿਸ ਡਿਪਾਰਟਮੈਂਟ ਸਾਡੇ ਕੋਲ ਛੱਡ ਕੇ ਜਾ ਰਹੇ ਹੈਗੇ। ਜੀ ਸੋ ਕਿਹੜੀ ਕੈਟਾਗਰੀ ਦੇ ਲੋਕ ਆਉਂਦੇ ਨੇ? ਸੀਨੀਅਰਸ ਹੁੰਦੇ ਨੇ ਜ਼ਿਆਦਾ, ਬੱਚੇ ਹੁੰਦੇ ਨੇ, ਨੌਜਵਾਨ ਯੰਗ ਜਨਰੇਸ਼ਨ, ਜਾਂ ਫਿਰ ਫੀਮੇਲ ਜ਼ਿਆਦਾ ਹੁੰਦੀਆਂ ਨੇ? ਮੋਸਟਲੀ ਮੈਂਟਲੀ ਅਨਸਟੇਬਲ ਜਿਹੜੇ ਕਿ ਘਰੋਂ ਨਿਕਲ ਗਏ, ਪਤਾ ਨਹੀਂ ਲੱਗਦਾ, ਮਿਸਿੰਗ ਡੈਸਟੀਟਿਊਟ ਕਹਿ ਦਿੰਦੇ ਹੈਗੇ ਆ। ਕੁਝ ਜਿਵੇਂ ਚਾਈਲਡ ਵੈਲਫੇਅਰ ਕਮੇਟੀ ਨੂੰ ਬੱਚੇ ਮਿਲਦੇ ਹੈਗੇ ਆ, ਜਾਂ ਸਾਡੇ ਕੋਲ ਬਾਹਰ ਪੰਗੂੜਾ ਲੱਗਿਆ ਉਹਦੇ ਵਿੱਚ ਆ ਜਾਂਦੇ ਆ। ਕੁਝ ਜਿਵੇਂ ਰੇਪ ਵਿਕਟਮਸ ਹੈਗੀਆਂ ਅੱਜ ਦੀ ਡੇਟ ਵਿੱਚ, ਜੇ ਮਤਲਬ ਰੇਪ ਵਿਕਟਮ ਮੈਂਟਲੀ ਸਿਕ ਹੈਗੀ ਆ ਤੇ ਪ੍ਰੈਗਨੈਂਟ ਹੈਗੀ ਆ, ਸਰਕਾਰ ਕੋਈ ਇਨਫਰਾਸਟ੍ਰਕਚਰ ਨਹੀਂ, ਉਹ ਸਾਡੇ ਕੋਲ ਰੈਫਰ ਕੀਤੇ ਜਾਂਦੇ। ਜੇ ਮਾਤਾ ਦੇ ਨਾਲ ਬੱਚੇ ਮਿਲ ਗਏ, ਮੇਲ ਫੀਮੇਲ ਦੋਨੋਂ ਬੱਚੇ ਮਿਲ ਗਏ, ਤੇ ਉਹ ਤਿੰਨਾਂ ਵਾਸਤੇ ਇਕੱਠੇ ਰੱਖਣ ਲਈ ਕੋਈ ਇਨਫਰਾਸਟ੍ਰਕਚਰ ਨਹੀਂ ਹੈ, ਸੋ ਉਹ ਸਾਡੇ ਕੋਲ ਆਉਂਦੇ ਆ। ਜੇ ਕੋਈ ਰੇਪ ਵਿਕਟਮ ਬੱਚੀ ਹੈਗੀ ਆ, ਨਾਲ ਉਹਦਾ ਬ੍ਰਦਰ ਹੈਗਾ, ਤੇ ਸਿਬਲਿੰਗਸ ਨੂੰ ਵੀ ਇੱਥੇ ਰੈਫਰ ਕਰਨਾ ਹੈਗਾ, ਉਹ ਫਿਰ ਇਕੱਠੇ ਇੱਕ ਜਗ੍ਹਾ ਰੱਖਣ ਲਈ ਉਹਨਾਂ ਨੂੰ ਥੋੜਾ ਮਤਲਬ ਹਾਂ ਜੇ ਹੈਗੇ ਆ ਹੋਮ, ਜਾਂ ਤਾਂ ਸਿਰਫ ਫੀਮੇਲ ਲਈ ਨਾਰੀ ਨਿਕੇਤਨ ਇਕੱਲੇ ਹੈਗੇ ਆ, ਜਾਂ ਫਿਰ ਬੱਚਿਆਂ ਲਈ ਕੋਈ ਇਦਾਂ ਦਾ ਇਨਫਰਾਸਟ੍ਰਕਚਰ, ਉਹ ਬਹੁਤ ਛੋਟੇ ਹੈਗੇ ਆ, ਤੇ ਉਹ ਉੱਥੇ ਇਕੱਠੇ ਰੱਖਣ ਵਾਲਾ ਕੋਈ ਇਦਾਂ ਦਾ ਹੈ ਹੀ ਨਹੀਂ ਉਹਨਾਂ ਕੋਲ, ਉਹ ਫਿਰ ਸਾਰੇ ਸਾਡੇ ਕੋਲ ਰੈਫਰ ਕੀਤੇ ਜਾਂਦੇ ਆ। ਰਜਿੰਦਰ ਜੀ, ਪਿੱਛੇ ਜੇ ਮਾਮਲੇ ਸਾਹਮਣੇ ਆਏ ਸੀਗੇ, ਤੁਹਾਡੀ ਸੰਸਥਾ ਦੇ ਵਿੱਚੋਂ ਵੀ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਸੀ ਵੀ ਕੁਝ ਫੀਮੇਲਸ ਜਿਹੜੀਆਂ ਇਦਾਂ ਦੀਆਂ ਆ ਰਹੀਆਂ ਨੇ ਜਿਨ੍ਹਾਂ ਨੂੰ ਮੈਂਟਲੀ ਡਿਸਟਰਬ ਹੁੰਦੀਆਂ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਪਰ ਕੁਝ ਸਮਾਜ ਦੇ ਗੰਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਨਾਲ ਗਲਤ ਕਰਤੂਤਾਂ ਕਰ ਦਿੰਦੇ ਨੇ, ਜਿਹਦੇ ਕਰਕੇ ਕਈ ਫੀਮੇਲਸ ਜਿਹੜੀਆਂ ਨੇ ਉਹ ਪ੍ਰੈਗਨੈਂਟ ਹੋ ਗਈਆਂ ਸੀਗੀਆਂ, ਤੇ ਜਦੋਂ ਤੁਹਾਡੇ ਸੰਸਥਾ ਦੇ ਵਿੱਚ ਆਈਆਂ ਜਾਂ ਹੋਰ ਸੰਸਥਾਵਾਂ 'ਚ ਉਹਨਾਂ ਨੇ ਪਨਾਹ ਲਈ ਤਾਂ ਉਸ ਟਾਈਮ 'ਤੇ ਉਹਨਾਂ ਦੀ ਸੰਭਾਲ ਤਾਂ ਕਰਨੀ ਹੁੰਦੀ ਹੈ ਸੰਸਥਾਵਾਂ ਨੇ, ਡਿਲੀਵਰੀ ਸੰਸਥਾ ਦੇ ਵਿੱਚ ਆ ਕੇ ਹੋਈ, ਪਰ ਕੁਝ ਨਹੀਂ ਪਤਾ ਹੁੰਦਾ ਵੀ ਸਮਾਜ ਦਾ ਕਿਹੜਾ ਇਹੋ ਜਿਹਾ ਪਰਸਨ ਸੀ ਜਿਹੜਾ ਉਹਨਾਂ ਨਾਲ ਇਹ ਕਰਤੂਤ ਕਰ ਗਿਆ, ਕਿਉਂਕਿ ਉਹ ਆਪਣੇ ਹੋਸ਼ੋ ਵਾਸਟ ਨਹੀਂ ਹੁੰਦੀਆਂ, ਮੈਂਟਲੀ ਡਿਸਟਰਬ ਹੁੰਦੀਆਂ ਨੇ। ਸੋ ਇਹ ਕੇਸਿਸ ਉਦੋਂ ਬਹੁਤ ਆਏ ਸੀ, ਕਿ ਹੁਣ ਵੀ ਇਦਾਂ ਦੇ ਕੇਸਿਸ ਜਿਹੜੇ ਨੇ ਉਹ ਆਉਂਦੇ ਨੇ? ਹਾਂਜੀ, ਇਹ ਇੱਕ ਰੈਗੂਲਰੀ ਪ੍ਰੋਸੀਜਰ ਹੈਗਾ, ਮਤਲਬ ਰੇਪ ਵਿਕਟਮਸ ਕਾਫੀ ਪਹੁੰਚ ਜਾਂਦੇ ਹੈਗੇ ਆ। ਸਾਨੂੰ ਵੀ ਫੀਲ ਹੁੰਦਾ ਹੈ ਕਿ ਵੀ ਇਹ ਸਾਡੇ ਲਈ ਇੱਕ ਬਹੁਤ ਮਤਲਬ ਦੁੱਖ ਭਰੀ ਘਟਨਾ ਹੈਗੀ ਆ। ਤੇ ਪਿੱਛੇ ਜੇ ਇੱਕ ਤਾਂ ਸਾਡੇ ਕੋਲ ਮੁਸਲਿਮ ਮੁਹੰਮਦਨ ਸੀਗੇ ਉਧਰੋਂ ਝਾਰਖੰਡ ਵੱਲੋਂ, ਉਹਨਾਂ ਦੇ ਨਾਲ 4 ਜਣਿਆਂ ਨੇ ਕਿਸੇ ਨੇ ਰੇਪ ਕੀਤਾ, ਤੇ ਉਹ ਬਹੁਤ ਜ਼ਿਆਦਾ ਡਿਸਟਰਬ ਹਾਲਤ ਵਿੱਚ ਸਾਡੇ ਕੋਲ ਪਹੁੰਚੀ ਸੀਗੀ। ਈਵਨ ਕਿ ਜਦੋਂ ਆਈ ਉਹ ਸ਼ੀ ਡੋਂਟ ਵਾਂਟ ਕਿ ਵੀ ਮੈਂ ਪ੍ਰੈਗਨੈਂਸੀ ਨੂੰ ਰੱਖਾਂ, ਬਟ ਕਿਸੇ ਕਾਰਨ ਕਰਕੇ ਅਸੀਂ ਉਹਨਾਂ ਨੂੰ ਸੇਫਲੀ ਉਹਨਾਂ ਨੇ ਡਿਲੀਵਰੀ ਕੀਤੀ। ਬਟ ਜਦੋਂ ਵੀ ਅਸੀਂ ਬੱਚੇ ਨੂੰ ਫੀਡ ਦੇਣ ਲਈ ਦਿੰਦੇ ਸੀਗੇ, ਤੇ 2 ਵਾਰ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨੂੰ ਮਾਰਨ ਦੀ, ਤੇ ਬਟ ਕਿਉਂਕਿ ਸਾਡਾ ਸਟਾਫ ਹਰ ਵਕਤ ਨਾਲ ਹੁੰਦਾ ਹੈਗਾ,
ਤੇ ਉਹ ਬੱਚੀ ਸੇਫ ਰਹੀ। ਹੌਲੀ ਹੌਲੀ ਪਤਾ ਲੱਗਿਆ, ਉਹਨਾਂ ਦੇ ਘਰ ਦਾ ਵਾਰਸਾਂ ਨਾਲ ਸੰਪਰਕ ਕੀਤਾ ਗਿਆ। ਉਹ ਕਹਿੰਦੇ ਕਿ ਵੀ ਇਹ ਵੀ ਉਹਦਾ ਹਸਬੈਂਡ ਤਾਂ ਸਾਡੇ ਕੋਲ ਹੈਗਾ, ਵੀ ਸਾਡਾ ਤਾਂ ਉਹ ਬੱਚਾ ਹੈ ਨਹੀਂਗਾ, ਵੀ ਅਸੀਂ ਨਹੀਂ ਲੈ ਕੇ ਜਾਣਾ। ਤੇ ਫਿਰ ਕੋਰਟ ਨੂੰ ਨਾਲ ਇਨਵੋਲਵ ਕੀਤਾ ਤੇ ਉਹਨਾਂ ਨੇ ਫਿਰ ਉਹਨਾਂ ਦੀ ਕਾਉਂਸਲਿੰਗ ਕੀਤੀ, ਤਾਂ ਮਤਲਬ ਐਡਵੋਕੇਟਸ ਨੇ ਉਹਨਾਂ ਨਾਲ ਗੱਲਬਾਤ ਕੀਤੀ। ਤਾਂ ਫਿਰ ਉਹ ਇਸ ਸ਼ਰਤ ਤੇ ਲੈ ਕੇ ਜਾਣ ਲਈ ਤਿਆਰ ਹੋਏ ਕਿ ਵੀ ਅਸੀਂ ਸਿਰਫ ਮਤਲਬ ਲੇਡੀ ਨੂੰ ਲੈ ਕੇ ਜਾਵਾਂਗੇ, ਆਪਣੀ ਸਿਸਟਰ ਨੂੰ ਲੈ ਕੇ ਜਾਵਾਂਗੇ, ਅਸੀਂ ਬੱਚੇ ਨੂੰ ਨਹੀਂ ਲੈ ਕੇ ਜਾਣਾ। ਤੇ ਇੱਦਾਂ ਹੀ ਇੱਕ ਬੱਚੀ ਤਕਰੀਬਨ 10 ਕੁ ਸਾਲ ਦੀ ਸਾਡੇ ਕੋਲ ਰੇ ਵਿਕਟਮ ਆਈ, ਤੇ ਉਹ ਬਹੁਤ ਜ਼ਿਆਦਾ ਮਤਲਬ ਛੋਟੀ ਬੱਚੀ ਹੈ, ਤੁਹਾਨੂੰ ਪਤਾ 5 ਸਾਲ 5th ਕਲਾਸ 'ਚ ਪੜ੍ਹਦੀ ਸੀਗੀ। ਚਲੋ ਉਹਦੀ ਮਾਤਾ ਨੇ ਸਾਡੇ ਕੋਲ ਭੇਜਿਆ, ਕਿਉਂਕਿ ਸਟੈਪ ਫਾਦਰ ਵੱਲੋਂ ਰੇਪ ਹੋਇਆ ਸੀਗਾ ਉਹਦਾ। ਤੇ ਉਹ ਬੱਚੀ ਨੂੰ ਸਕੂਲ ਤੋਂ ਟੀਚਰਸ ਬੁਲਾ ਕੇ ਅਸੀਂ ਉਹਨਾਂ ਦੀ ਐਜੂਕੇਸ਼ਨ ਵੀ ਪ੍ਰੋਵਾਈਡ ਕਰਦੇ ਰਹੇ ਨਾਲ ਲੱਗਦੀ। ਤੇ ਜਦੋਂ ਬੱਚੀ ਮਤਲਬ ਡਿਲੀਵਰੀ ਦਾ ਟਾਈਮ ਆਇਆ ਤਾਂ ਕਾਫੀ ਜ਼ਿਆਦਾ ਮਤਲਬ ਦਿੱਕਤ ਮਹਿਸੂਸ ਕਰ ਰਹੀ ਸੀ। ਉਹਨਾਂ ਨੂੰ ਐਂਬੂਲੈਂਸ 'ਚ ਸ਼ਿਫਟ ਕਰ ਰਹੇ ਸੀਗੇ, ਤਾਂ ਔਨ ਦਾ ਵੇ ਹੀ ਉਹਨੂੰ ਪਹਿਲਾਂ ਤਾਂ ਐਪੀਲੈਪਸੀ ਦੇ ਅਟੈਕਸ ਆਉਣ ਲੱਗ ਗਏ। ਤੇ ਮੀਨਵਾਈਲ ਉਹ ਤੋਂ ਅਟੈਕ ਨੇ ਜ਼ਿਆਦਾ ਸਹਾਰ ਨਾ ਹੋਏ ਤਾਂ ਨਾਲ ਲੱਗਦੇ ਹੀ ਉਹ ਕੋਮਾ ਵਿੱਚ ਚਲੀ ਗਈ। ਤੇ ਤਕਰੀਬਨ 10 ਦਿਨ ਉਹ ਕੋਮਾ ਵਿੱਚ ਰਹੀ ਹੈ। ਇਨ ਮੀਨ ਟਾਈਮ ਜਦੋਂ ਡਿਲੀਵਰੀ ਹੋਈ ਤਾਂ ਉਹਦੀ ਮਾਤਾ ਨੇ ਬੱਚੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਤੇ ਫਿਰ ਉਹ ਬੱਚੀ ਨੂੰ ਤਾਂ ਉਹਦੀ ਮਾਤਾ ਲੈ ਗਈ, ਲੇਕਿਨ ਉਹ ਫਿਰ ਬੱਚੇ ਨੂੰ ਅੱਗੇ ਫਿਰ ਅਡੋਪਸ਼ਨ ਏਜੰਸੀ ਭੇਜਿਆ ਗਿਆ। ਲੇਕਿਨ ਜਦੋਂ ਹਸਪੀਟਲ ਗਏ ਆ ਤਾਂ ਜਾ ਕੇ ਮੈਂ ਦੇਖਿਆ ਕਿ ਉਹ ਬੱਚੇ ਨੂੰ ਕਿਸੇ ਨੇ ਹਜੇ ਤੱਕ ਕੱਪੜੇ ਵੀ ਨਹੀਂ ਸੀ ਪਵਾਏ, ਨਾ ਕਿ ਈਵਨ ਹਸਪੀਟਲ ਅਥਾਰਟੀਜ਼ ਨੇ, ਜਦ ਕਿ ਅਸੀਂ ਕੱਪੜੇ ਨਾਲ ਮੈਂ ਸੇਵਾਦਾਰਾਂ ਦੇ ਨਾਲ ਭੇਜੇ ਸੀਗੇ, ਨਾ ਹੀ ਵੈਲਫੇਅਰ ਕਮੇਟੀ ਨੇ। ਫਿਰ ਆਪ ਨਾਲ ਇਨਵੋਲਵ ਹੋਣਾ ਪੈਂਦਾ ਕਿ ਵੀ ਇੱਕ ਹਿਊਮਨ ਬੀਇੰਗ ਹੈ, ਜੇ ਕੋਈ ਇਗਨੋਰ ਕਰਦਾ ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਇਨਸਾਨ ਹੈ, ਉਹਦੀ ਜਾਨ ਬਚਣੀ ਚਾਹੀਦੀ ਹੈ, ਕਿਉਂਕਿ ਉਸ ਬੱਚੇ ਨੂੰ ਤਾਂ ਕੁਝ ਪਤਾ ਹੀ ਨਹੀਂ ਹੈ। ਬਿਲਕੁਲ ਜੀ, ਉਹਦਾ ਕੀ ਕਸੂਰ ਹੈ, ਉਹਦਾ ਕੋਈ ਕਸੂਰ ਨਹੀਂ ਹੈਗਾ। ਬਟ ਇਹੀ ਸੀ ਸਮਝ ਨਹੀਂ ਪਾਉਂਦੇ ਕਿ ਵੀ ਸਾਨੂੰ ਉਸ ਬੱਚੇ ਨੂੰ ਪਹਿਲਾਂ ਬਚਾਉਣਾ ਹੈਗਾ। ਤੇ ਉਸੇ ਕੋਸ਼ਿਸ਼ 'ਚ ਲੱਗੇ ਹੋਏ ਆ, ਪਰਮਾਤਮਾ ਦੀ ਕਿਰਪਾ ਨਾਲ। ਬਹੁਤ ਇੱਦਾਂ ਦੇ ਕੇਸਿਸ ਆਉਂਦੇ ਆ। ਛੋਟੀ ਜਿਹੀ ਬੱਚੀ ਹੈਗੀ ਆ, ਉਹਨੂੰ ਵੀ ਫਿਰ ਨਾਲ ਫਾਦਰ ਵੱਲੋਂ ਰੇਪ ਹੋਇਆ, ਉਹਨੂੰ ਵੀ ਫਿਰ ਬ੍ਰਦਰ ਦੇ ਨਾਲ ਇੱਥੇ ਰੈਫਰ ਕਰ ਦਿੱਤਾ ਗਿਆ। ਤੇ ਇਦਾਂ ਦੇ ਡਿਫਰੈਂਟ 80 ਸਾਲ ਤੱਕ ਬਜ਼ੁਰਗ ਨੂੰ ਨਹੀਂ ਛੱਡਿਆ ਜਾਂਦਾ। ਹਾਂਜੀ, ਤੇ ਉਹ ਵੀ ਜਦੋਂ ਸਾਡੇ ਕੋਲ ਪਹੁੰਚੇ ਤਾਂ ਕਾਫੀ ਤਰਸਯੋਗ ਹਾਲਤ ਵਿੱਚ ਲਿਆਂਦੀ ਗਈ ਵਿਚਾਰੀ। ਕਿਉਂਕਿ ਈਵਨ ਕਿ ਜਦੋਂ ਉਹਨਾਂ ਨੂੰ ਮਿਊਨਿਸਪਲ ਕਮੇਟੀ ਵਾਲੇ ਜਾਂ ਉਹਨਾਂ ਨੂੰ ਕਿਹਾ ਜਾਂਦਾ, ਉਹ ਕਹਿੰਦੇ ਕਿ ਸਾਡਾ ਇਹ ਕੰਮ ਨਹੀਂ ਹੈਗਾ। ਆਮ ਪਬਲਿਕ ਜਦੋਂ ਅਪਰੋਚ ਕਰਦੀ ਹੈ ਤਾਂ ਕਈ ਵਾਰੀ ਫਿਰ ਆਮ ਪਬਲਿਕ ਨੂੰ ਹੀ ਸਾਡੇ ਤੱਕ ਅਪਰੋਚ ਕਰਨਾ ਪੈਂਦਾ, ਜਾਂ ਪ੍ਰਸ਼ਾਸਨ ਤੱਕ ਡਾਇਰੈਕਟ ਅਪਰੋਚ ਕਰਨਾ ਪੈਂਦਾ ਹੈਗਾ। ਤੇ ਉਹ ਲੇਡੀ ਫਿਰ ਤਕਰੀਬਨ 3-4 ਸਾਲ ਬਾਅਦ ਉਹਨੇ ਆਪਣੀ ਮੈਮਰੀ ਰਿਵਾਈਵ ਕੀਤੀ, ਤਾਂ ਪਤਾ ਲੱਗਿਆ ਕਿ ਮਹਾਰਾਸ਼ਟਰ ਤੋਂ ਹੈਗੀ ਆ। ਫਿਰ ਉਹਨਾਂ ਦੀ ਬੇਟੀ ਆ ਕੇ ਉਹਨਾਂ ਨੂੰ ਲੈ ਕੇ ਗਈ। ਅੱਛਾ, ਡਿਫਰੈਂਟ ਕੇਸਿਸ ਤਕਰੀਬਨ ਪਹੁੰਚਦੇ ਰਹਿੰਦੇ ਹੈਗੇ। ਤੁਹਾਡੀ ਕਿੰਨੇ ਜਣਿਆਂ ਦੀ ਟੀਮ ਹੈਗੀ ਆ, ਕਿੰਨੇ ਮੈਂਬਰ ਰਜਿੰਦਰ ਜੀ ਉੱਥੇ ਸਾਂਭ ਸੰਭਾਲ ਕਰਦੇ ਨੇ? ਕਿਉਂਕਿ ਜਿਵੇਂ ਤੁਸੀਂ ਦੱਸਦੇ ਹੋ ਵੀ ਹਰ ਕੈਟਾਗਰੀ ਹੈ, ਬਜ਼ੁਰਗ ਵੀ ਨੇ, ਬੱਚੇ ਵੀ ਨੇ, ਫੀਮੇਲਸ ਵੀ ਬਹੁਤ ਸਾਰੀਆਂ ਨੇ, ਤੇ ਨੌਜਵਾਨ ਵੀ ਹੈਗੇ ਨੇ। ਤਾਂ ਜ਼ਾਹਿਰ ਜਿਹੀ ਗੱਲ ਹੈ ਵੀ ਟੀਮ ਵੀ ਸਾਰੀ ਚਾਹੀਦੀ ਹੁੰਦੀ ਹੈ, ਕਿਉਂਕਿ ਇਹ ਨਾ ਸਿਰਫ 1 ਘੰਟੇ ਦਾ ਜਾਂ ਸ਼ਿਫਟਾਂ 'ਚ ਕੰਮ ਹੈ, ਬਲਕਿ 24 ਆਵਰਸ ਦੀ ਜਿਹੜੀ ਡਿਊਟੀ ਹੁੰਦੀ ਹੈ ਤਮਾਮ ਲੋਕਾਂ ਨੂੰ ਸੰਭਾਲਣ ਲਈ। ਸੋ ਕਿੰਨੀ ਟੀਮ ਹੈ, ਕਿਵੇਂ ਉਹ ਆਪਣਾ ਕੰਮ ਕਰਦੇ ਨੇ? ਤਕਰੀਬਨ 4-5 ਵਲੰਟੀਅਰ ਜਿਹੜੇ ਰੈਗੂਲਰ ਹੈਗੇ, ਡੇ ਐਂਡ ਨਾਈਟ ਹੀ ਉੱਥੇ ਰੈਗੂਲਰ ਸਾਡੇ ਸਮੇਤ ਕਰ ਰਹੇ ਹੈਗੇ ਆ। ਤੇ ਇਸ ਤੋਂ ਇਲਾਵਾ ਕੁਝ ਵਲੰਟੀਅਰ ਹੈਗੇ ਆ ਵੀ ਜਦੋਂ ਟਾਈਮ ਲੱਗਦਾ ਦੇ ਵਿਜ਼ਿਟ ਐਂਡ ਡੂ। ਅਦਰਵਾਈਜ਼ 250 ਦੇ ਕਰੀਬ ਸਾਡੇ ਸਟਾਫ ਮੈਂਬਰਸ ਹੈਗੇ ਆ, ਜਿਨ੍ਹਾਂ ਦੀ ਡੇ ਐਂਡ ਨਾਈਟ ਡਿਊਟੀ ਲੱਗੀ ਹੋਈ ਆ। ਸਿਕਿਉਰਿਟੀ ਹੋ ਗਿਆ, ਲੰਗਰ 'ਚ ਹੋ ਗਿਆ, ਉਹਨਾਂ ਦੀ ਕੇਅਰ ਟੇਕਿੰਗ 'ਚ ਹੋ ਗਿਆ, ਸਟਾਫ ਨਰਸਿਸ ਹੋ ਗਈਆਂ, ਡਾਕਟਰਸ ਹੋ ਗਏ, ਸੁਪਰਵਾਈਜ਼ਰਸ ਹੋ ਗਏ, ਵਾਰਡਨਸ ਹੋ ਗਈਆਂ। ਤੇ ਤਕਰੀਬਨ 250 ਹੈਗੇ ਆ, ਜਿੱਥੇ ਵਿੱਚ ਹਸਪੀਟਲ ਦੇ ਵਿੱਚ ਵੀ ਤਕਰੀਬਨ 25 ਤਾਂ ਸਾਡੇ ਡਾਕਟਰ ਹੀ ਹੈਗੇ ਆ। ਤੇ ਇਸ ਦੇ ਨਾਲ ਫਿਰ ਸਟਾਫ ਨਰਸਿਸ ਡੇ ਐਂਡ ਨਾਈਟ ਜਿਹੜੇ ਵਰਕ ਕਰ ਰਹੇ ਹੈਗੇ ਆ। ਸਰਕਾਰਾਂ ਦਾ ਕੀ ਰੋਲ ਹੈ? ਮਦਦ ਕਰਦੀਆਂ ਨੇ? ਉਹਨਾਂ ਨੂੰ ਵੀ ਪਤਾ ਕਿ ਚੰਗੇ ਕੰਮ ਵਾਸਤੇ ਜਿਹੜੀਆਂ ਸੰਸਥਾਵਾਂ ਅੱਗੇ ਆ ਰਹੀਆਂ ਨੇ, ਸੋ ਥੋੜ੍ਹੀ ਬਹੁਤ ਸਰਕਾਰ ਵੱਲੋਂ ਵੀ ਇਹ ਹੈਲਪ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਸੋ ਇੱਥੇ ਕੋਈ ਇੱਕ ਸਰਕਾਰ ਨਹੀਂ, ਸਰਕਾਰਾਂ ਤਾਂ ਹਮੇਸ਼ਾ ਬਦਲਦੀਆਂ ਹੀ ਰਹਿੰਦੀਆਂ ਨੇ। ਸੋ ਕੋਈ ਸਰਕਾਰ ਬਾਂਹ ਫੜਦੀ ਹੈ, ਕੋਈ ਕਰਦੀ ਹੈ ਹੈਲਪ? ਨਹੀਂ ਜੀ, ਹਜੇ ਤੱਕ ਤਾਂ ਨਹੀਂ। ਸਰਕਾਰ ਹਾਂਜੀ ਰੈਫਰ ਜ਼ਰੂਰ ਕਰ ਦਿੰਦੀ ਹੈ, ਲੇਕਿਨ ਇਹਨਾਂ ਨੂੰ ਮਤਲਬ
ਕੁਝ ਕਹਿ ਲਓ ਕਿ ਇਹਨਾਂ ਦੀ ਸੰਭਾਲ ਵਾਸਤੇ ਕੋਈ ਸੰਭਾਲ ਲਈ ਇਦਾਂ ਦਾ ਕੋਈ ਨਹੀਂ, ਨਹੀਂ। ਹਾਂਜੀ ਹੈਲਪ ਸਪੋਰਟ ਨਹੀਂ ਹੈਗੀ। ਇਹ ਤਾਂ ਸਾਰਾ ਪਬਲਿਕ ਦੀ ਸਪੋਰਟ ਹੈਗੀ ਹੈ, ਦਾਤਾ ਦੀ ਕਿਰਪਾ ਹੈਗੀ ਆ, ਜਿਸ ਕਾਰਨ ਕਰਕੇ ਅਸੀਂ ਕੰਮ ਕਰ ਪਾ ਰਹੇ ਹਾਂ। ਬਿਕੋਜ਼ ਇਹਨਾਂ ਦੇ ਡੇਲੀ ਦੇ ਰੂਟੀਨ ਖਰਚੇ ਹੈਗੇ ਜੀ ਆ, ਬਿਲਕੁਲ। ਡੇਲੀ ਦਾ ਲੱਖਾਂ ਦਾ ਖਰਚਾ ਹੈਗਾ, ਤੇ ਉਹ ਸਾਰੇ ਖਰਚੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਪੂਰੇ ਹੁੰਦੇ ਹੈਗੇ ਆ। ਜੀ, ਸੋ ਵਾਕਈ ਜਿਵੇਂ ਤੁਸੀਂ ਦੱਸਿਆ ਵੀ ਖਰਚਾ ਨੋ ਡਾਊਟ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਦੀ ਜਿਹੜੀ ਸੇਵਾ ਸੰਭਾਲ ਕਰਨੀ, ਉਹਨਾਂ ਨੂੰ ਜ਼ਰੂਰਤਾਂ ਦਾ ਜਿਹੜਾ ਸਮਾਨ ਹੈ ਉਹ ਮੁਹੱਈਆ ਕਰਵਾਉਣਾ ਇੱਕ ਵਾਕਈ ਬਹੁਤ ਵੱਡੀ ਜਿਹੜੀ ਚੀਜ਼ ਹੁੰਦੀ ਹੈ। ਸੋ ਇਹਦੇ ਵਾਸਤੇ ਪੈਸਾ ਵੀ ਜਿਹੜਾ ਖਰਚਾ ਜਿਹੜਾ ਉਹ ਬਹੁਤ ਜ਼ਿਆਦਾ ਆਉਂਦਾ ਹੈ। ਅਤੇ ਕਿਵੇਂ ਫਿਰ ਸਾਰਾ ਪ੍ਰੋਸੈਸ ਜਿਹੜਾ ਖਰਚੇ ਦਾ ਰਜਿੰਦਰ ਜੀ ਕਿਵੇਂ ਚੱਲਦਾ ਹੈਗਾ? ਮੋਸਟਲੀ ਉੱਥੋਂ ਲੋਕਲ ਪਬਲਿਕ ਤਾਂ ਸਾਡੀ ਸਪੋਰਟ ਕਰਦੀ ਹੀ ਕਰਦੇ ਹੈਗੇ ਆ, ਜਿਵੇਂ ਰਾਸ਼ਨ ਸਪਲਾਈ ਕੀਤਾ ਉਹਨਾਂ ਨੇ, ਸਬਜ਼ੀਆਂ ਦੇ ਗਏ, ਤੇ ਦੁੱਧ ਵਗੈਰਾ ਹੋ ਗਿਆ, ਤੇ ਮੈਡੀਸਿਨਸ ਹੋ ਗਈ। ਬਟ ਜਦੋਂ ਕੋਈ ਵੱਡਾ ਇਨਫਰਾਸਟ੍ਰਕਚਰ ਤਿਆਰ ਕਰਨਾ ਹੈ, ਹੁਣ ਜਿਵੇਂ ਹਸਪੀਟਲ 'ਚ ਵੀ ਸਾਡਾ 1 ਕਰੋੜ ਤੋਂ ਉੱਪਰ ਦੇਣਾ ਪੈਂਡਿੰਗ ਹੈਗਾ, ਜਿਸ ਕਰਕੇ ਸਾਡੀ ਰਜਿਸਟਰੀ ਪੈਂਡਿੰਗ ਚੱਲ ਰਹੀ ਹੈਗੀ ਆ। ਦਸੰਬਰ 'ਚ ਅਸੀਂ ਪਿਛਲੀ ਦਸੰਬਰ 'ਚ ਦੇਣਾ ਸੀ, 23 ਦਸੰਬਰ ਆ ਗਈ ਹੈ। ਤੇ ਇੱਦਾਂ ਹੀ ਜਿਹੜਾ ਪਿੱਛੇ ਲੰਗਰ ਹਾਲ ਹੈਗਾ ਉਹ ਬਹੁਤ ਛੋਟਾ ਜਿਹਾ ਰਹਿ ਗਿਆ, ਤੇ ਉਹ ਲੰਗਰ ਹਾਲ ਐਕਸਪੈਂਡ ਕਰ ਰਹੇ ਸੀਗੇ, ਕਿਉਂਕਿ ਜਦੋਂ ਅਸੀਂ ਉਹ ਬਣਾਇਆ ਸੀ ਉਦੋਂ ਸਿਰਫ 100 ਬੰਦਿਆਂ ਦੇ ਵਾਸਤੇ ਜਿੱਥੇ ਬਣ ਸਕਦਾ ਖਾਣਾ ਉਹ ਸੀਗਾ। ਲੇਕਿਨ ਹੁਣ ਸਾਡੇ ਕੋਲ 500 ਤਾਂ ਇੱਥੇ ਹੀ ਪੁਰਾਣੀ ਹੈਗੇ ਆ, ਤੇ ਅੱਗੇ ਵੱਧਦੇ ਜਾ ਰਹੇ ਹੈਗੇ ਆ। ਉਹਨਾਂ ਵਾਸਤੇ ਲੰਗਰ ਹਾਲ ਤਿਆਰ ਕਰ ਰਹੇ ਹੈਗੇ ਆ। ਤੇ ਇੱਥੇ ਜਿਵੇਂ ਮਮਤਾ ਫਾਊਂਡੇਸ਼ਨ ਆ, ਉਹਨਾਂ ਨੇ ਹੈਲਪ ਕੀਤੀ ਸੀਗੀ ਸਾਨੂੰ ਉੱਥੇ ਇਨਫਰਾਸਟ੍ਰਕਚਰ ਬਣਾਉਣ ਲਈ ਫੀਮੇਲ ਬੱਚੀਆਂ ਵਾਸਤੇ। ਤੇ ਹਰਜੀਤ ਸਿੰਘ ਰਾਏ ਹੈਗੇ, ਉਹਨਾਂ ਨੇ ਲੁਧਿਆਣੇ ਸਾਨੂੰ ਜਗ੍ਹਾ ਦਿੱਤੀ, ਉੱਥੇ ਇੱਕ ਇਨਫਰਾਸਟ੍ਰਕਚਰ ਮੇਪਰੀਜ਼ ਤੋਂ ਹੈਗੇ 3 ਏਕੜ ਲੈਂਡ ਦਿੱਤੀ ਸਾਨੂੰ, ਜਿੱਥੇ ਕਿ ਹੁਣ ਸਾਡੀ ਇੱਕ ਬ੍ਰਾਂਚ ਚੱਲ ਰਹੀ ਹੈਗੀ ਹੈ ਲੁਧਿਆਣੇ ਦੇ ਕੋਲ, ਫੇਰੂ ਰਾਏਕੋਟ ਦੇ ਨੇੜੇ। ਤੇ ਇਦਾਂ ਹੀ ਕੁਝ ਸੰਗਤ ਦਾ ਸਹਿਯੋਗ ਲਈਦਾ, ਤੇ ਕੁਝ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਹਨਾਂ ਦੀ ਕੋਸ਼ਿਸ਼ 'ਚ ਲੱਗੇ ਹੋਏ ਹੈਗੇ ਜੀ ਹੈਲਪ ਕਰਨ ਦੀ। ਜੀ, ਸੋ ਇਸ ਤੋਂ ਇਲਾਵਾ ਜਦੋਂ ਤੁਸੀਂ ਸਾਂਭ ਸੰਭਾਲ ਕਰਦੇ ਹੋ ਰਜਿੰਦਰ ਜੀ ਨਾਲ ਸਾਰਿਆਂ ਦੀ, ਤੇ ਜਿਵੇਂ ਤੁਸੀਂ ਦੱਸਿਆ ਕਈਆਂ ਦੀ ਮੈਮਰੀ ਵਾਪਸ ਆ ਜਾਂਦੀ ਹੈ, ਤੇ ਉਹਨਾਂ ਨੂੰ ਯਾਦ ਆ ਜਾਂਦਾ ਵੀ ਉਹ ਕਿੱਥੋਂ ਬਿਲੋਂਗ ਕਰਦੇ ਨੇ, ਉਹਨਾਂ ਦੇ ਕਿਹੜੇ ਰਿਸ਼ਤੇਦਾਰ ਨੇ। ਫਿਰ ਜਦੋਂ ਇਹ ਠੀਕ ਹੋ ਜਾਂਦੇ ਨੇ ਸਾਂਭ ਸੰਭਾਲ ਤੋਂ ਬਾਅਦ, ਜਾਂ ਕਿਸੇ ਦੀ ਮੈਮਰੀ ਵਾਪਸ ਆ ਜਾਂਦੀ ਹੈ, ਤਾਂ ਫਿਰ ਕਿਵੇਂ ਤੁਸੀਂ ਉਹਨਾਂ ਨੂੰ ਛੱਡਣ ਤੱਕ ਦਾ ਪ੍ਰੋਸੈਸ ਜਿਹੜਾ ਹੁੰਦਾ ਹੈ, ਜਾਂ ਉਹਨਾਂ ਦੇ ਆ ਕੇ ਜਿਹੜੇ ਫੈਮਿਲੀ ਮੈਂਬਰ ਹੁੰਦੇ ਨੇ ਉਹਨਾਂ ਨੂੰ ਲੈ ਜਾਂਦੇ ਨੇ? ਹਾਂਜੀ, ਸਾਡਾ ਮੇਨ ਪਰਪਸ ਹੁੰਦਾ ਕਿ ਵੀ ਉਹ ਰੀਹੈਬਿਲਿਟੇਟ ਹੋਣ, ਸਾਈਕੈਟ੍ਰਿਕ ਟ੍ਰੀਟਮੈਂਟ ਤੋਂ ਬਾਅਦ ਰਿਵਾਈਵ ਕਰ ਜਾਂਦੇ ਆ ਕਈ ਵਾਰੀ ਮੈਮਰੀ। ਫਿਰ ਪੁਲਿਸ ਲੋਕਲ ਉਹਨਾਂ ਦੇ ਏਰੀਏ ਦੀ ਪੁਲਿਸ ਦੀ ਸਪੋਰਟ ਲੈ ਕੇ ਫਿਰ ਅਸੀਂ ਉਹਨਾਂ ਨੂੰ ਘਰ ਲੱਭੀਦਾ ਉਹਨਾਂ ਦਾ, ਤੇ ਫਿਰ ਉਹਨਾਂ ਨੂੰ ਉੱਥੇ ਮੋਸਟਲੀ ਤਾਂ ਕੋਸ਼ਿਸ਼ ਕਰੀਦੀ ਕਿ ਉਹਨਾਂ ਦੇ ਵਾਰਸ ਆ ਕੇ ਲੈ ਜਾਣ, ਰਿਲੇਟਿਵਸ ਆ ਕੇ ਲੈ ਜਾਣ। ਜੇ ਕੋਈ ਨਹੀਂ ਆ ਪਾਉਂਦਾ ਫਿਰ ਅਸੀਂ ਖੁਦ ਵੀ ਜਾਈਦਾ ਹੈਗਾ, ਈਵਨ ਕਿ ਮੈਂ ਖੁਦ ਜਾ ਕੇ ਅਸਾਮ ਤੱਕ, ਤਾਮਿਲਨਾਡੂ ਤੱਕ, ਬਿਕੋਜ਼ ਮੋਸਟਲੀ ਜਿਹੜੇ ਬਾਹਰਲੀ ਸਟੇਟਸ ਦੇ ਹੁੰਦੇ ਆ ਉਹਨਾਂ ਦਾ ਲੈਂਗੁਏਜ ਗੈਪ ਹੁੰਦਾ। ਜਿਹੜੇ ਲੋਕਲ ਹੈਗੇ ਆ ਉਹ ਸਾਡੇ ਸਟਾਫ ਮੈਂਬਰਸ ਉੱਥੇ ਤੱਕ ਪਹੁੰਚਾ ਸਕਦੇ ਆ, ਲੇਕਿਨ ਜਿਹੜੇ ਆਊਟ ਆਫ ਸਟੇਟ ਦੇ ਹੈਗੇ ਆ ਇਹ ਇਟਸ ਮਤਲਬ ਹਾਰਡ ਵਰਕ ਹੈਗਾ, ਬਿਕੋਜ਼ ਤੁਸੀਂ ਉਹਨਾਂ ਨੂੰ ਸਿਰਫ ਇੱਕ ਸਾਈਨ ਲੈਂਗੁਏਜ ਨਾਲ ਹੀ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ, ਤੁਸੀਂ ਉਹਨਾਂ ਦੀ ਲੈਂਗੁਏਜ ਨਹੀਂ ਸਮਝ ਪਾਉਂਦੇ। ਇਹ ਵੀ ਇੱਕ ਕਾਰਨ ਹੈਗਾ ਕਿ ਕਈ ਵਾਰੀ ਸਾਡੇ ਕੋਲ ਲੈਂਗੁਏਜ ਦਾ ਗੈਪ ਕਰਕੇ ਜਿਹੜੇ ਇੰਪਰੂਵ ਹੁੰਦੇ ਆ ਉਹ ਫਿਰ ਸਟ੍ਰੈਸ 'ਚ ਜਾਣ ਲੱਗ ਜਾਂਦੇ ਆ, ਜਾਂ ਸੁਸਾਈਡਲ ਐਡਿਕਸ਼ਨਸ ਸ਼ੁਰੂ ਹੋ ਜਾਂਦੀਆਂ। ਉਹਨਾਂ ਨੂੰ ਉਹ ਕਲਚਰ ਨਹੀਂ ਮਿਲਦਾ, ਉਹ ਫੂਡ ਨਹੀਂ ਮਿਲਦਾ, ਉਹ ਇਨਵਾਇਰਨਮੈਂਟ ਨਹੀਂ ਮਿਲਦਾ। ਹੁਣ ਸਾਡੇ ਕੋਲ ਇੱਕ ਬੱਚੀ ਹਜੇ ਵੀ ਹੈਗੀ, ਇੱਕ ਲੇਡੀ ਤਾਮਿਲਨਾਡੂ ਤੋਂ ਹੈਗੇ ਆ, ਤੇ ਉਹ ਜਦੋਂ ਇੰਟਰੈਕਟ ਕਰਦੇ ਹੈਗੇ ਆ ਤਾਂ ਉਹਨਾਂ ਨੂੰ ਉਹ ਬੋਲ ਸਕਦੇ ਥੋੜੀ ਜਿਹੀ ਇੰਗਲਿਸ਼ ਤੇ ਥੋੜੀ ਜਿਹੀ ਤਾਮਿਲ, ਉਹ ਤਾਮਿਲ ਤੇ ਇੰਗਲਿਸ਼ ਬੋਲਦੇ, ਸਾਡੇ ਜਾਂ ਪੰਜਾਬੀ ਜਾਂ ਹਿੰਦੀ ਬੋਲਦੇ ਆ, ਤਾਂ ਉਹ ਉਹਨਾਂ ਦੇ ਨਾਲ ਗੱਲਬਾਤ ਹੀ ਨਹੀਂ ਕਰ ਪਾਉਂਦੇ। ਹਾਂਜੀ, ਲੇਕਿਨ ਉਹ ਇੰਨੀ ਕੁ ਇੰਪਰੂਵ ਹੋ ਗਈ ਆ, ਹੁਣ ਉਹਨੇ ਪੰਜਾਬੀ ਸਿੱਖਣੀ ਸ਼ੁਰੂ ਕਰ ਦਿੱਤੀ ਹੈ। ਤੇ ਲੇਕਿਨ ਉਹਦੀ ਸਟੋਰੀ ਵੀ ਬੜੀ ਮਤਲਬ ਦਰਦਨਾਕ ਹੈ। ਬਚਪਨ 'ਚ ਔਰਫਨ ਹੋ ਗਈ, ਤਾਂ ਕਿਸੇ ਨੇ ਅਡਾਪਟ ਕੀਤੀ ਤਾਂ ਤਕਰੀਬਨ ਜਦੋਂ 15 ਕੁ ਸਾਲ ਦੀ ਹੋਈ ਤਾਂ ਦੋਨੋਂ ਪੇਰੈਂਟਸ ਦੀ ਡੈਥ ਹੋ ਗਈ ਵਾਰੀ 2 ਸਾਲ ਦੇ ਵਿੱਚ ਹੀ ਦੋਨੋਂ ਪੈਰੈਂਟਸ ਗੁਜ਼ਰ ਗਏ। ਤੇ ਜਿਹੜੀ ਉਹਨਾਂ ਦੀ ਸਟੈਪ ਸਿਸਟਰ ਸੀ ਉਹਨੇ ਘਰੋਂ ਕੱਢ ਦਿੱਤਾ, ਤੇ ਬਹੁਤ ਯੰਗ ਸੀਗੀ ਵਿਚਾਰੀ, ਹਜੇ ਕਮਾਉਣ ਜੋਗੀ ਨਹੀਂ ਸੀ। ਕਿਸੇ ਸ਼ੈਲਟਰ ਹੋਮ 'ਚ ਉਹਨੂੰ ਜਗ੍ਹਾ ਮਿਲੀ ਵੀ, ਤੇ ਬਟ ਸ਼ੈਲਟਰ ਹੋਮ ਨੇ ਉਹਨੂੰ ਜ਼ਿਆਦਾ ਦੇਰ ਨਹੀਂ ਰੱਖਿਆ ਕਿ ਇਹਦੀ ਸਾਈਕੋਲੋਜੀਕਲ ਪ੍ਰੋਬਲਮ ਜ਼ਿਆਦਾ ਹੈਗੀ ਆ, ਉਹਨੂੰ ਹੋਰ ਹੋਮ ਵਿੱਚ ਸ਼ਿਫਟ ਕੀਤਾ ਗਿਆ, ਜਿੱਥੇ ਕਿ ਉਹਨੇ ਕੁਛ ਨਾ ਕੁਛ ਮਤਲਬ ਕੁਛ ਸਿੱਖਿਆ ਵੀ, ਵੋਕੇਸ਼ਨਲ 'ਚ ਟ੍ਰੇਨਿੰਗ ਵੀ ਲਈ, ਲੇਕਿਨ ਕਿਸੇ ਕਾਰਨ ਕਰਕੇ ਉੱਥੋਂ ਨਿਕਲ ਗਈ, ਐਂਡ ਸ਼ੀ ਗਾਟ HIV ਪੋਜ਼ਿਟਿਵ।
ਜਿਸ ਕਾਰਨ ਕਰਕੇ ਉਹ ਸੰਸਥਾ ਨੇ ਵੀ ਉਹਨੂੰ ਰੱਖਣ ਤੋਂ ਮਨਾ ਕਰ ਦਿੱਤਾ ਤੇ ਉੱਥੋਂ ਨਿਕਲੀ ਕੋਈ ਟ੍ਰੇਨ ਫੜੀ ਪੰਜਾਬ ਆ ਗਈ। ਹੁਣ ਪੰਜਾਬ ਆ ਕੇ ਉਹ ਕਹਿੰਦੀ ਹੈ ਕਿ ਵੀ ਮੈਂ ਵਾਪਿਸ ਜਾਣਾ, ਲੇਕਿਨ ਜਾਏਗੀ ਕਿੱਥੇ? ਇਹ ਬਹੁਤ ਵੱਡੀ ਹੁਣ ਦਿੱਕਤ ਹੈ ਵੀ ਉੱਥੇ ਕਿੱਥੇ ਕਿੰਨਾ ਕੋਲ ਰੈਫਰ ਕੀਤਾ ਜਾਵੇ, ਕਿੱਥੇ ਛੱਡਿਆ ਜਾਵੇ। ਦੂਜੇ ਪਾਸੇ ਕਿਉਂਕਿ ਉਹ ਆਪਣਾ ਕਲਚਰ ਵੀ ਮਿਸ ਕਰ ਰਹੀ ਹੈ, ਆਪਣਾ ਫੂਡ ਵੀ ਮਿਸ ਕਰ ਰਹੀ ਹੈਗੀ ਹੈ, ਕਿਉਂਕਿ ਸਾਡੇ ਕੋਲ ਸਾਰਾ ਵੈਜ ਹੁੰਦਾ, ਉੱਥੇ ਸਾਰਾ ਨੌਨ ਵੈਜ ਤੇ ਦੂਸਰਾ ਚੱਲਦਾ ਹੈਗਾ ਤੇ ਕੁਛ ਇਹ ਵਿਚਾਰੀ ਇੰਟਰੈਕਟ ਨਹੀਂ ਕਰ ਪਾਉਂਦੀ। ਅਸੀਂ ਵੀ ਅੰਡਰਸਟੈਂਡ ਕਰਦੇ ਹਾਂ ਕਿ ਵੀ ਇਹਦੇ ਨਾਲ ਉਹਦੀ ਸਾਈਕੋਲੋਜੀਕਲ ਪ੍ਰੋਬਲਮਸ ਜ਼ਿਆਦਾ ਵਧਣਗੀਆਂ, ਕਿਉਂਕਿ ਉਹਨੂੰ ਉਦਾਂ ਦਾ ਮਾਹੌਲ ਨਹੀਂ ਮਿਲ ਰਿਹਾ, ਉਦਾਂ ਦਾ ਕਿਸੇ ਨਾਲ ਗੱਲਬਾਤ ਨਹੀਂ ਖੁੱਲ ਕੇ ਕਰ ਪਾ ਰਹੀ। ਤੇ ਕਦੇ ਕਦੇ ਮਤਲਬ ਅਸੀਂ ਕਾਫੀ ਦੇਰ ਉਹਦੇ ਨਾਲ ਬੈਠਦੇ ਆ, ਬਟ ਸਾਡੇ ਕੋਲ ਵੀ ਕੰਮ ਬਹੁਤ ਜ਼ਿਆਦਾ ਹੁੰਦੇ ਆ, ਜ਼ਿਆਦਾ ਦੇਰ ਉਹਦੇ ਨਾਲ ਨਹੀਂ ਬੈਠ ਕੇ ਅਸੀਂ ਇੰਗਲਿਸ਼ 'ਚ ਗੱਲ ਕਰ ਸਕਦੇ। ਬਟ ਮਤਲਬ ਇੱਦਾਂ ਦੇ ਕਈ ਕੇਸਿਸ ਹੈਗੇ ਆ ਜਿਹੜੇ ਕਿ ਡੈਫ ਐਂਡ ਮਿਊਟ ਵੀ ਹੈਗੇ ਆ, ਉਹ ਵੀ ਜਿਹੜੇ ਥੋੜੇ ਜਿਹੇ ਇੰਪਰੂਵ ਹੈਗੇ ਆ, ਬਟ ਉੱਦਾਂ ਦਾ ਉਹਨਾਂ ਨੂੰ ਅਲੱਗ ਇਨਵਾਇਰਨਮੈਂਟ ਨਹੀਂ ਦੇ ਪਾ ਰਹੇ ਅਸੀਂ, ਜਿਸ ਕਰਕੇ ਉਹ ਫਿਰ ਸਟ੍ਰੈਸ 'ਚ ਚਲੇ ਜਾਂਦੇ ਹੈਗੇ ਆ। ਸੋ ਇੱਦਾਂ ਦੇ ਕੇਸਿਸ ਹੈ ਕਿ ਉਹ ਸਾਨੂੰ ਵੀ ਦੱਸ ਨਹੀਂ ਪਾ ਰਹੇ ਕਿ ਜਾਣਾ ਕਿੱਥੇ ਹੈ, ਤੇ ਦੂਸਰੇ ਪਾਸੇ ਉਹ ਸਾਈਕੋਲੋਜੀਕਲੀ ਡਾਊਨ ਹੋ ਜਾਂਦੇ ਆ। ਜੀ, ਬਹੁਤ ਸਾਰੇ ਚੈਲੰਜਸ ਹੁੰਦੇ ਨੇ ਔਰ ਇੰਨੇ ਸਾਰੇ ਲੋਕਾਂ ਨੂੰ, ਇੰਨੇ ਸਾਰੇ ਬੇਸਹਾਰਿਆਂ ਨੂੰ ਡੀਲ ਕਰਨਾ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ। ਮੈਨੂੰ ਲੱਗਦਾ ਕਿ ਤੁਹਾਨੂੰ ਆਪਣਾ ਜਿਹੜਾ ਪੇਸ਼ੈਂਸ ਲੈਵਲ ਤੇ ਜਿਹੜਾ ਮੈਂਟਲ ਲੈਵਲ ਬਹੁਤ ਹਾਈ ਰੱਖਣਾ ਪੈਂਦਾ ਹੋਏਗਾ, ਕਿਉਂਕਿ ਕਈ ਵਾਰੀ ਇੰਨੀਆਂ ਜ਼ਿਆਦਾ ਸਟੋਰੀਆਂ ਸੁਣ ਕੇ ਮੈਨੂੰ ਲੱਗਦਾ ਸੁਣ ਕੇ ਵੀ ਬੰਦਾ ਕਈ ਵਾਰੀ ਡਿਪਰੈਸਡ ਹੋ ਜਾਂਦਾ ਹੈ, ਜਿਹੜਾ ਆਮ ਪਰਸਨ ਹੁੰਦਾ ਹੈ। ਸੋ ਨੋ ਡਾਊਟ ਜਿਹੜੀ ਸੇਵਾ ਤੁਸੀਂ ਨਿਭਾ ਰਹੇ ਹੋ, ਜਿਹੜੇ ਕੰਮ ਤੁਸੀਂ ਕਰ ਰਹੇ ਹੋ, ਇਹਦੇ ਲਈ ਤਾਂ ਬਹੁਤ ਵੱਡੇ ਜਿਗਰੇ ਦੀ, ਬਹੁਤ ਹਰ ਤਰ੍ਹਾਂ ਦੀ ਲੋੜ ਹੁੰਦੀ ਹੈ, ਹਿੰਮਤ ਦੀ। ਸੋ ਕਿਵੇਂ ਮਤਲਬ ਤੁਹਾਡੇ ਨਾਲ ਵੀ ਜਿਹੜੀ ਟੀਮ ਹੈ ਉਹ ਸਪੋਰਟ ਕਰਦੀ ਹੈ, ਲੰਬੇ ਸਮੇਂ ਤੋਂ ਨਾਲ ਜੁੜੀ ਹੋਈ ਹੈ, ਜਾਂ ਫਿਰ ਵਿੱਚੋਂ ਦੀ ਉਹ ਵੀ ਅੱਕ ਜਾਂਦੇ ਨੇ ਜਾਂ ਭੱਜ ਜਾਂਦੇ ਨੇ ਜਾਂ ਸੇਵਾ ਦੇ ਵਿੱਚ ਜੁੱਟੇ ਰਹਿੰਦੇ ਨੇ? ਕੀ ਐਕਸਪੀਰੀਅੰਸ ਕਰਦੇ ਨੇ ਲੋਕ ਤੁਹਾਡੇ ਨਾਲ? ਹਾਂਜੀ, ਜਿਹੜੇ ਤਾਂ ਮੋਸਟਲੀ ਜਿਹੜਾ ਗੁਰਬਾਣੀ ਨੂੰ ਆਧਾਰ ਬਣਾ ਕੇ ਜਿਨ੍ਹਾਂ ਨੇ ਸੇਵਾ ਨੂੰ ਸ਼ੁਰੂ ਕੀਤਾ, ਕਿ ਗੁਰੂ ਸਾਹਿਬ ਸਾਨੂੰ ਇਹੀ ਫਰਮਾਉਂਦੇ, ਏਕ ਪਿਤਾ ਏਕਸ ਕੇ ਹਮ ਬਾਰਕ। ਹੁਣ ਉਹ ਸਾਡਾ ਪਿਤਾ ਇੱਕ ਹੈ। ਜਦੋਂ ਅਸੀਂ ਸਾਰਿਆਂ ਵਿੱਚ ਆਪਣੇ ਉਹਨਾਂ ਨੂੰ ਆਪਣੇ ਮੈਂਬਰ, ਫੈਮਿਲੀ ਮੈਂਬਰ ਵਾਂਗੂ ਅਸੀਂ ਜਾਣਦੇ ਆ ਨਾ, ਫਿਰ ਉਹਨਾਂ ਤੇ ਗੁੱਸਾ ਕਿਉਂ ਆਏਗਾ? ਫਿਰ ਆਬਵੀਅਸਲੀ ਪੇਸ਼ੈਂਸ, ਜਦੋਂ ਆਪਾਂ ਆਪਣੇ ਬੱਚਿਆਂ ਨਾਲ ਜਿੱਦਾਂ ਡੀਲ ਕਰਦੇ ਆ ਉਦਾਂ ਹੀ ਉਹਨਾਂ ਦੇ ਨਾਲ ਡੀਲ ਕਰਨਾ ਹੁੰਦਾ ਹੈਗਾ। ਤੇ ਫਿਰ ਜਦੋਂ ਜੇਤੇ ਜੀ ਤੇਤੇ ਸਭ ਤੇਰੇ, ਸਾਰੇ ਤਾਂ ਉਹਦੇ ਜੀ ਹੈਗੇ ਆ। ਉਹਨਾਂ ਨੂੰ ਦੇਖ ਕੇ ਬਹੁਤ ਵਲੰਟੀਅਰਸ ਹੈਗੇ ਜਿਹੜੇ ਰੈਗੂਲਰ, ਐਸੀ ਗੱਲ ਨਹੀਂ ਕਿ ਜੁੜ ਰਹੇ ਆ, ਜੁੜੇ ਹੋਏ ਹੈਗੇ ਆ, ਲੇਕਿਨ ਜਿਵੇਂ ਕਹਿੰਦੇ ਕਿ ਸਮਾਜ ਦੀਆਂ ਬਹੁਤ ਜ਼ਿਆਦਾ ਲੋੜਾਂ ਵੀ ਹੈਗੀਆਂ, ਸਮਾਜਿਕ ਲੋੜਾਂ, ਪਰਿਵਾਰ ਦੀਆਂ ਲੋੜਾਂ, ਉਹ ਫਿਰ ਪੂਰਾ ਫੁੱਲ ਟਾਈਮ ਨਹੀਂ ਕੱਢ ਪਾਉਂਦੇ। ਇਸ ਕਰਕੇ ਕੁਝ ਮੈਂਬਰਸ ਹੈਗੇ ਆ ਕਿ ਜਿਨ੍ਹਾਂ ਨੇ ਫੁੱਲ ਟਾਈਮ ਡਿਵੋਟ ਕੀਤਾ ਹੋਇਆ। ਕੁਝ ਦੋ ਚਾਰ ਵਲੰਟੀਅਰ ਵੀ ਹੈਗੇ ਆ, ਜਾਂ ਰਿਟਾਇਰਮੈਂਟ ਤੋਂ ਬਾਅਦ ਇੱਕ ਦੋ ਬਜ਼ੁਰਗ ਹੈਗੇ ਆ ਅੰਕਲ ਜੀ। ਪਿੱਛੇ ਸਾਡੇ ਮੇਰੇ ਫਾਦਰ ਬ੍ਰਦਰ ਸੀਗੇ, ਦੋਨੋਂ ਫਾਦਰ ਸੀਗੇ, ਉਹ ਵੀ ਫੁੱਲ ਟਾਈਮ ਸੀਗੇ, ਲੇਕਿਨ ਦੇ ਪਾਸਡ ਅਵੇ ਵਿਦਿਨ ਟਾਈਮ ਆਫ 2 years। ਸੋ ਮਤਲਬ ਹੁਣ ਮਦਰ ਵੀ ਹੈ, ਫੁੱਲ ਟਾਈਮ ਉਹ ਬੱਚਿਆਂ ਦੇ ਵਿੱਚ ਇਨਵੋਲਵ ਹੁੰਦੇ ਆ। ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜ ਕੇ ਕਰਦੇ ਆ, ਫਿਰ ਪੇਸ਼ੈਂਸ ਤਾਂ ਪਰਮਾਤਮਾ ਆਪੇ ਹੀ ਤੁਹਾਨੂੰ ਬਖਸ਼ ਦਿੰਦਾ ਹੈਗਾ। ਬਿਲਕੁਲ। ਰਜਿੰਦਰ ਕੌਰ ਜੀ, ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਬਹੁਤ ਜ਼ਿਆਦਾ ਤੁਹਾਡੀ ਸੰਸਥਾ ਜਿਹੜੀ ਹੈ ਉਹ ਕੰਮ ਕਰਦੀ ਹੈ, ਹੈਲਪ ਵੀ ਜਿੱਥੇ ਲੋੜ ਹੁੰਦੀ ਹੈ ਕਰਦੀ ਹੈ। ਕੈਨੇਡਾ ਦੇ ਵਿੱਚ ਵੀ ਤੁਸੀਂ ਬਹੁਤ ਸਾਰੇ ਲੋਕਾਂ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜ ਕੇ ਹੈਲਪ ਕਰਦੇ ਰਹਿੰਦੇ ਹੋ। ਨਾ ਸਿਰਫ ਹੈਲਪ ਲੈਂਦੇ ਹੋ ਬਲਕਿ ਕਰਦੇ ਵੀ ਹੋ। ਨੋ ਡਾਊਟ ਕਮਿਊਨਿਟੀ ਦੀ ਲੋੜ ਹੁੰਦੀ ਹੈ ਕਿ ਮਤਲਬ ਤੁਹਾਡੀ ਵੀ ਸੰਸਥਾ ਲਈ ਮਦਦ ਕਰਨ। ਉੱਥੇ ਵੀ ਬਹੁਤ ਸਾਰੇ ਬੇਸਹਾਰੇ ਨੇ ਜਿਨ੍ਹਾਂ ਦੀ ਮਦਦ ਕਰਨ ਦੀ ਲੋੜ ਹੈਗੀ ਹੈ। ਸੋ ਇੱਥੇ ਓਵਰਆਲ ਕਿਵੇਂ ਤੁਹਾਡਾ ਕੰਮ ਚੱਲਦਾ ਹੈ? ਕਿਵੇਂ ਤੁਹਾਡੀ ਜਿਹੜੀ ਕਿਸੇ ਨਾਲ ਜੁੜ ਕੇ ਮਦਦ ਕਰਦੇ ਹੋ ਜਾਂ ਕਿਵੇਂ ਤੁਹਾਡਾ ਕੰਮ ਚੱਲਦਾ? ਹਾਂਜੀ, ਇੱਥੇ ਵੀ ਸਾਡੀ, ਜਿਵੇਂ ਮੈਂ ਦੱਸਿਆ ਸੀ ਆਪ ਜੀ ਨੂੰ, ਮਮਤਾ ਫਾਊਂਡੇਸ਼ਨ ਹੈਗੀ, ਇਹ ਸਾਡੇ ਨਾਲ ਲੱਗੇ ਹੋਏ ਆ। ਬਾਕੀ ਸਾਡੇ ਇੱਥੇ ਮੈਂਬਰਸ ਹੈਗੇ ਆ, ਹਰਜੀਤ ਸਿੰਘ ਰਾਏ, ਨਰਿੰਦਰ ਸਿੰਘ ਜੀ, ਨਰਿੰਦਰ ਬੈਨੀਪਾਲ ਹੋ ਗਏ, ਇਹ ਸਾਰੇ ਐਜ਼ ਅ ਟੀਮ ਵਰਕ ਕਰਦੇ ਹੈਗੇ ਆ। ਤੇ ਜਿੱਥੇ ਵੀ ਲੋੜ ਹੁੰਦੀ ਆ, ਹੁਣ ਸਟਾਰਫਿਸ਼ ਜਿਹੜਾ ਪੈਕ ਹੈਗਾ, ਉਹਦੇ ਵਿੱਚ ਵੀ ਬੱਚਿਆਂ ਨੂੰ ਫੂਡ ਵਾਸਤੇ ਉਹ ਸਾਡੀ 13 ਬੱਚੇ ਸਪਾਂਸਰ ਕੀਤੇ ਹੋਏ ਹੈਗੇ ਆ ਫॉर द ਈਅਰ। ਤੇ ਬਾਕੀ ਜਦੋਂ ਕੰਬਲ ਦੇਣ ਦੀ ਲੋੜ ਸੀਗੀ, ਜਿੱਥੇ ਵਾਰਮਰਸ ਪਹੁੰਚਾਉਣ ਦੀ ਲੋੜ ਸੀਗੀ ਡਿਜ਼ਾਸਟਰ ਰਿਲੀਫ ਦੇ ਤਹਿਤ, ਉਹ ਵੀ ਸਾਡੀ ਟੀਮ ਨੇ ਉੱਥੇ ਪਹੁੰਚਾਏ ਹੈਗੇ ਆ। ਤੇ ਫੂਡ ਡਰਾਈਵਸ ਦੇ ਵਿੱਚ ਰੈਗੂਲਰ ਹਿੱਸਾ ਲੈਂਦੇ ਹੈਗੇ ਆ। ਤੇ ਈਵਨ ਕਿ ਟੋਰਾਂਟੋ ਵਾਲੀ ਟੀਮ ਵੀ ਹੈਗੀ ਹੈ ਸਾਡੀ, ਜਿਨ੍ਹਾਂ ਨੇ ਟਾਈਮ ਟੂ ਟਾਈਮ ਇੱਦਾਂ ਹੀ ਹੋਮਲੈਸ ਲਈ ਕੰਮ ਕਰਦੇ ਹੈਗੇ ਆ। ਲੰਗਰ ਸੇਵਾ ਹੈਗੀ ਆ, ਉਹਨਾਂ ਦੇ ਨਾਲ ਫੁੱਲੀ ਸਪੋਰਟ ਕਰਕੇ ਉਹ ਘਰ ਘਰ ਲੰਗਰ ਡਿਸਟਰੀਬਿਊਟ ਕਰਨ ਵਿੱਚ ਸਪੋਰਟ ਕਰ ਰਹੀ ਹੈਗੀ ਹੈ ਸਾਡੀ ਟੀਮ। ਤੇ ਜਿਵੇਂ ਮੈਂ ਦੱਸਿਆ ਕਿ ਵਾਰਮਰਸ ਤੇ ਟੁਆਇਜ਼ ਹੋ ਗਏ, ਉਹ ਤਾਂ ਉਹਨਾਂ ਨੂੰ ਟਾਈਮ
ਟਾਈਮਲੀ ਕਰਦੇ ਰਹਿੰਦੇ ਆ। ਬਾਕੀ ਕਾਫੀ ਜ਼ਿਆਦਾ ਪ੍ਰੋਜੈਕਟਸ ਇੰਡੀਆ ਦੇ ਹੈਗੇ ਆ, ਤਾਂ ਸੰਗਤ ਦਾ ਸਹਿਯੋਗ ਉੱਥੇ ਕਿਉਂਕਿ ਉਹ ਰੈਗੂਲਰ ਪ੍ਰੋਜੈਕਟਸ ਹੈਗੇ ਆ, ਫਿਰ ਉੱਥੇ ਵੀ ਸਪੋਰਟ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਸੋ ਫਾਈਨੈਂਸ਼ਲੀ ਹੁਣ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਜਿਸ ਤਰੀਕੇ ਨਾਲ ਰਜਿੰਦਰ ਕੌਰ ਜੀ ਪਹੁੰਚੇ ਹੋ, ਲੋਕ ਕਿਵੇਂ ਮਦਦ ਮਿਲ ਰਹੀ ਹੈ ਤੁਹਾਨੂੰ, ਜਾਂ ਕਿਵੇਂ ਇਸ ਜਿਹੜਾ ਦੌਰਾ ਤੁਸੀਂ ਕਰ ਰਹੇ ਹੋ? ਹਾਲਾਂਕਿ ਸਾਨੂੰ ਪਤਾ ਕਿ ਆਲੇ ਦੁਆਲੇ ਕੀ ਚੱਲ ਰਿਹਾ ਕੋਵਿਡ ਦੇ ਮੌਕੇ ਤੇ, ਨਾ ਸਿਰਫ ਇੱਥੋਂ ਵਾਲੇ ਲੋਕਾਂ ਲਈ ਬਲਕਿ ਤੁਹਾਡੇ ਲਈ ਵੀ ਬਹੁਤ ਸਾਰੇ ਚੈਲੰਜ ਨੇ, ਤੁਸੀਂ ਵਾਪਸ ਜਾਣਾ, ਉੱਥੇ ਇੰਨੇ ਸਾਰੇ ਲੋਕਾਂ ਨੂੰ ਸੰਭਾਲਣਾ ਹੈ। ਸੋ ਇਹ ਕਿਵੇਂ ਸਾਰਾ ਪ੍ਰੋਸੈਸ ਚੱਲ ਰਿਹਾ ਹੈ, ਕੀ ਕੁਝ ਕਰ ਰਹੇ ਹੋ? ਹਾਂਜੀ, ਬਹੁਤ ਧੰਨਵਾਦੀ ਹਾਂ ਕੈਨੇਡਾ ਸੰਗਤ ਦਾ। ਤਿਲ ਫੁੱਲ ਸਾਰੇ ਪਾਸੇ ਉਹ ਡਿਸਟ੍ਰੀਬਿਊਟ ਕਰਕੇ ਸਾਨੂੰ ਵੀ ਜੀ ਆਇਆਂ ਕਹਿੰਦੇ ਹੈਗੇ ਆ, ਸਾਨੂੰ ਵੀ ਸਪੋਰਟ ਕਰਦੇ ਹੈਗੇ ਆ। ਬਟ ਉੱਥੇ ਬਿਕੋਜ਼ ਕਾਫੀ ਜ਼ਿਆਦਾ ਇੱਥੇ ਦੀ ਸਰਕਾਰ ਫਿਰ ਵੀ ਕੋਵਿਡ ਦੇ ਵਿੱਚ ਹਰ ਇੱਕ ਦੀ ਸਪੋਰਟ ਕਰਦੀ ਰਹੀ ਹੈ, ਬਟ ਉੱਥੇ ਇੱਕੋ ਦਮ ਜਦੋਂ ਲਾਕਡਾਊਨ ਲੱਗ ਗਿਆ ਤਾਂ ਈਵਨ ਕਿ ਭੁੱਖਮਰੀ ਦਾ ਮਤਲਬ ਨੌਬਤ ਆ ਗਈ ਸੀ, ਤੇ ਉਹਨਾਂ ਨੂੰ ਦੇਖਦੇ ਹੋਏ ਸੰਸਥਾਵਾਂ ਨੂੰ ਅੱਗੇ ਆਉਣਾ ਪਿਆ ਤਾਂ ਕਿ ਉਹਨਾਂ ਦੀ ਸਪੋਰਟ ਕਰ ਸਕੀਏ। ਤੇ ਇਹ ਸਾਰਾ ਫਿਰ ਸੰਗਤ ਦੇ ਸਹਿਯੋਗ ਨਾਲ ਹੁੰਦਾ ਹੈਗਾ, ਤੇ ਅਸੀਂ ਹਮੇਸ਼ਾ ਹੀ ਆਸ ਕਰਕੇ ਆਉਂਦੇ ਹਾਂ ਕਿ ਸੰਗਤ ਸਾਡੇ ਨਾਲ ਜੁੜ ਕੇ ਉਹ ਜਿਹੜੇ ਰੈਗੂਲਰ ਖਰਚੇ ਹੈਗੇ ਆ, ਕਿਉਂਕਿ 200 ਇੰਪਲੋਈਜ਼ ਦਾ ਸੈਲਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਡਾਕਟਰਸ ਨੂੰ ਫੁੱਲ ਟਾਈਮ, ਕਿਉਂਕਿ ਸਾਡੇ ਸਪੈਸ਼ਲਿਸਟ ਸੁਪਰ ਸਪੈਸ਼ਲਿਸਟ ਡਾਕਟਰਸ ਵੀ ਹੈਗੇ ਆ, ਕਿਉਂਕਿ ਕਾਫੀ ਜ਼ਿਆਦਾ ਕ੍ਰਿਟੀਕਲ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਨੂੰ ਰੈਗੂਲਰ ਟ੍ਰੀਟਮੈਂਟ ਦੀ, ਈਵਨ ਕਿ ਸਾਡੀ ਇੱਕ ਪੇਸ਼ੈਂਟ ਦਾ 4 ਮਹੀਨੇ ਆਕਸੀਜਨ ਤੇ ਹੀ ਰਹੇ, ਔਨ ਬੈੱਡ ਹੀ ਸੀਗੇ ਉਹ, ਹੈ ਨਾ। ਤੇ ਉਹਨਾਂ ਨੇ ਸਾਰੀ ਦਿਨ ਤੋਂ ਰਹਿ ਕੇ ਰਾਤ ਤੱਕ ਸਾਰੀ ਕਿਰਿਆ 'ਚ ਸਾਰੀ ਸਪੋਰਟ ਕਰਨੀ, ਇਹ ਸੰਗਤ ਦੇ ਸਹਿਯੋਗ ਦੇ ਨਾਲ ਹੀ ਪੋਸੀਬਲ ਹੁੰਦਾ ਹੈ। ਤੇ ਸੰਗਤ ਮਦਦ ਵੀ ਕਰਦੀ ਹੈ, ਤੇ ਅਸੀਂ ਆਸ ਵੀ ਕਰਦੇ ਹਾਂ ਕਿ ਰੈਗੂਲਰ ਸਾਨੂੰ ਸਪੋਰਟ ਕਰੇਗੀ ਤਾਂ ਕਿ ਅਸੀਂ ਮਤਲਬ ਤਨੋ ਮਨੋ ਧਨੋ ਅਸੀਂ ਪ੍ਰੋਪਰ ਉੱਥੇ ਕਰਦੇ ਰਹੀਏ। ਜੀ ਰਜਿੰਦਰ ਜੀ, ਇਸ ਵੇਲੇ ਕਿਹੜੀਆਂ ਉਹ ਖਾਸ ਲੋੜਾਂ ਨੇ ਜਿਹੜੀਆਂ ਤੁਹਾਨੂੰ ਲੱਗਦੀਆਂ ਵੀ ਇਹ ਕਾਫੀ ਸਮੇਂ ਤੋਂ ਰੁਕੀਆਂ ਹੋਈਆਂ ਨੇ ਔਰ ਇਹ ਪੂਰੀਆਂ ਹੋ ਸਕਦੀਆਂ ਨੇ, ਜਿਹਦੇ ਵਾਸਤੇ ਤੁਹਾਨੂੰ ਜ਼ਿਆਦਾ ਸਹਿਯੋਗ ਦੀ ਲੋੜ ਹੈ? ਹਾਂਜੀ, ਇਸ ਵਕਤ ਜਿਵੇਂ ਸਾਡੀ ਉਹ ਪਿੱਛੇ ਕੰਸਟਰਕਸ਼ਨ ਚੱਲ ਰਹੀ ਹੈਗੀ ਆ ਲੰਗਰ ਹਾਲ ਦੀ, ਤੇ ਫੀਮੇਲ ਸੈਕਸ਼ਨ ਨੂੰ ਐਕਸਪੈਂਡ ਕਰਨ ਦੀ, ਫੀਮੇਲ ਸਾਡੇ ਕੋਲ ਕਾਫੀ ਜ਼ਿਆਦਾ ਹੋ ਗਏ ਹੈਗੇ ਆ, ਬਿਕੋਜ਼ ਜਿਹੜੇ ਮੇਲ ਹੈਗੇ ਆ ਉਹ ਸਾਡੀ ਬ੍ਰਾਂਚਿਸ ਵਿੱਚ ਸ਼ਿਫਟ ਹੋ ਜਾਂਦੇ ਆ ਥੋੜੇ ਥੋੜੇ ਕਰਕੇ, ਲੇਕਿਨ ਫੀਮੇਲ ਤੇ ਬੱਚੇ ਉਹ ਅਸੀਂ ਬ੍ਰਾਂਚਿਸ ਵਿੱਚ ਨਹੀਂ ਭੇਜ ਸਕਦੇ, ਉਹਨਾਂ ਕਰਕੇ ਇਨਫਰਾਸਟ੍ਰਕਚਰ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਕਿਉਂਕਿ ਫੀਮੇਲਸ ਲਈ ਅਲੱਗ ਸਿਕਿਉਰਿਟੀ ਟਾਈਪ 'ਚ ਮਤਲਬ ਅਨਕੰਡੀਸ਼ਨਲ ਉਹਨਾਂ ਨੂੰ ਰਹਾਇਸ਼ ਚਾਹੀਦੀ ਹੈ ਉੱਦਾਂ ਦੀ। ਤੇ ਨਾਲ ਹੀ ਸਾਡਾ ਹਸਪੀਟਲ ਦਾ, ਜਿਵੇਂ ਮੈਂ ਦੱਸਿਆ ਸੀਗਾ, ਅਸੀਂ ਹਸਪੀਟਲ ਬਣਾਇਆ ਤਾਂ ਉਹਦਾ 1 ਕਰੋੜ ਦੇਣਾ ਹਜੇ ਸਾਡਾ ਪੈਂਡਿੰਗ ਹੈ, ਰਜਿਸਟਰੀ ਤਾਂ ਹੀ ਪੋਸੀਬਲ ਹੋ ਸਕੀ, ਜਿਹਦੇ ਵਾਸਤੇ ਨਾਲ ਹੀ ਅਸੀਂ ਆਪਰੇਸ਼ਨ ਥੀਏਟਰ ਵੀ ਇੱਕ ਜ਼ਰੂਰੀ ਹੈਗਾ, ਨਾਲ ਵੈਂਟੀਲੇਟਰਸ ਜ਼ਰੂਰੀ ਹੈਗੇ ਆ, ਉਹਦੇ ਵਾਸਤੇ ਅਸੀਂ ਲੱਗੇ ਹੋਏ ਆ ਪੂਰੀ ਤਰ੍ਹਾਂ ਫੰਕਸ਼ਨਲ, ਤਾਂ ਕਿ ਅਸੀਂ ਉਹਨੂੰ ਜਲਦੀ ਜਲਦੀ ਨਿਬੇੜੀਏ। ਇੱਕ ਤਾਂ ਇਨਫਰਾਸਟ੍ਰਕਚਰ ਤੇ ਇੱਕ ਇਹਦਾ ਰਜਿਸਟਰੀ ਦਾ ਕੰਮ ਹੋ ਜਾਏ, ਤੇ ਆਸ ਹੈ ਕਿ ਸੰਗਤ ਜ਼ਰੂਰ ਸਪੋਰਟ ਕਰੇਗੀ। ਜੀ ਰਜਿੰਦਰ ਜੀ, ਇੱਕ ਨਾ ਬੜੀ ਵੱਡੀ ਚੀਜ਼ ਹੁੰਦੀ ਹੈ ਜਦੋਂ ਸੰਗਤ ਨੇ ਨਾਲ ਜੁੜਨਾ ਹੈ, ਜਦੋਂ ਕਮਿਊਨਿਟੀ ਹੈਲਪ ਕਰਦੀ ਹੈ ਖੁੱਲੇ ਦਿਲ ਨਾਲ, ਮਦਦ ਵਾਸਤੇ ਹੱਥ ਬਹੁਤ ਸਾਰੇ ਅੱਗੇ ਆ ਜਾਂਦੇ ਨੇ, ਪਰ ਸੰਸਥਾਵਾਂ ਬਹੁਤ ਨੇ, ਪਰ ਕਿਹੜੀ ਸੰਸਥਾ ਸਹੀ ਕੰਮ ਕਰ ਰਹੀ ਹੈ ਤੇ ਪੈਸਾ ਜਿਨ੍ਹਾਂ ਨੇ ਦੇਣਾ, ਆਪਣੀ ਸੇਵਾ ਨਿਭਾਉਣੀ ਹੈ, ਮਦਦ ਵਾਸਤੇ ਜਿਨ੍ਹਾਂ ਨੇ ਪੈਸਾ ਦੇਣਾ, ਉਹਨਾਂ ਨੂੰ ਬੜਾ ਜ਼ਰੂਰੀ ਹੁੰਦਾ ਇਹ ਜਾਣਨਾ ਵੀ ਸਾਡਾ ਪੈਸਾ ਸਹੀ ਹੱਥਾਂ ਦੇ ਵਿੱਚ ਜਾ ਰਿਹਾ ਹੈ, ਸਹੀ ਲੋਕ ਉਹਨੂੰ ਇਸਤੇਮਾਲ ਕਰ ਰਹੇ ਨੇ, ਤੇ ਸਹੀ ਜਗ੍ਹਾ ਤੇ ਜਿਹਦੇ ਵਾਸਤੇ ਅਸੀਂ ਉਹ ਪੈਸਾ ਦੇ ਰਹੇ ਹਾਂ ਉਹ ਉੱਥੇ ਇਸਤੇਮਾਲ ਹੋ ਰਿਹਾ। ਸੋ ਇਹ ਬੜੇ ਤਰ੍ਹਾਂ ਦੇ ਕੁਐਸਚਨਸ ਹੈ ਨਾ ਹੁੰਦੇ ਆ ਉਹਨਾਂ ਦੇ ਮਾਈਂਡ ਦੇ ਵਿੱਚ। ਸੋ ਇਹਨਾਂ ਤਮਾਮ ਸਵਾਲਾਂ ਨੂੰ ਤੁਸੀਂ ਦੂਰ ਕਰਨ ਦੇ ਲਈ ਉਹ ਪਾਰਦਰਸ਼ਤਾ ਜਿਹੜੀ ਹੈ, ਉਹ ਟਰਾਂਸਪੇਰੈਂਸੀ ਹੈ, ਵੀ ਜਿਹੜਾ ਪੈਸਾ ਆ ਰਿਹਾ ਉਹ ਸਹੀ ਜਗ੍ਹਾ ਦੇ ਉੱਤੇ ਲੱਗ ਰਿਹਾ, ਔਰ ਕਿਵੇਂ ਮਤਲਬ ਲੋਕ ਜਿਹੜਾ ਜੋ ਵੀ ਉਹਨਾਂ ਦਾ ਦਿਮਾਗ ਜਿਹੜਾ ਉਹ ਖੁੱਲ ਸਕੇ ਵੀ ਹਾਂ ਅਸੀਂ ਸਾਡੀ ਜਿਹੜੀ ਹੈ ਸਪੋਰਟ ਜਿਹੜੀ ਹੈ ਉਹ ਸਹੀ ਜਗ੍ਹਾ ਤੇ ਲੱਗ ਰਹੀ। ਕੀ ਕਰਦੇ ਹੋ ਫਿਰ ਇਹਦੇ ਵਾਸਤੇ ਵੀ ਉਹ ਟਰਾਂਸਪੇਰੈਂਸੀ ਨੂੰ ਬਰਕਰਾਰ ਰੱਖਿਆ ਜਾਏ? ਸਭ ਤੋਂ ਪਹਿਲਾਂ ਤਾਂ ਅਸੀਂ ਸਭ ਨੂੰ ਇਹੀ ਬੇਨਤੀ ਕਰਦੇ, ਜਿਵੇਂ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀਚੇ ਦਾਨ। ਸਭ ਤੋਂ ਪਹਿਲਾਂ ਟਰਾਂਸਪੇਰੈਂਸੀ ਦੀ ਗੱਲ ਹੈ ਕਿ ਵੀ ਜਾ ਕੇ ਵਿਜ਼ਿਟ ਕਰਨਾ ਚਾਹੀਦਾ ਤਾਂ ਕਿ ਦੇਖੀਏ। ਇਸ ਦੇ ਨਾਲ ਹੀ ਅਸੀਂ ਵੈਬਸਾਈਟਸ ਬਣਾਈਆਂ ਹੋਈਆਂ ਜਿਹੜੀਆਂ ਕਿ ਸਾਡੀ ਰੈਗੂਲਰ ਐਕਟੀਵਿਟੀਜ਼, ਫੇਸਬੁੱਕ ਦਾ ਪੇਜ ਬਣਿਆ ਹੋਇਆ ਹੈਗਾ ਜਿੱਥੇ ਕਿ ਅਸੀਂ ਰੈਗੂਲਰ ਜੋ ਸਾਡਾ ਉੱਥੇ ਹੈਪਨ ਹੁੰਦਾ ਕੋਸ਼ਿਸ਼ ਕਰੀ ਦੀ ਹੈ ਵੀ ਕੁਝ ਦਿਨਾਂ ਦੇ ਵਿੱਚ ਹੀ ਪਾ ਦਈਏ ਉੱਥੇ। ਤੇ ਵੈਬਸਾਈਟ ਤੇ ਸਾਡੇ ਸਾਰੇ ਜਿਹੜੇ ਚਾਰਟਿਡ ਅਕਾਊਂਟੈਂਟ ਵੱਲੋਂ ਬੈਲੈਂਸ ਸ਼ੀਟਸ ਹੁੰਦੀਆਂ ਹੈਗੀਆਂ ਵੀ ਕਿੱਥੇ ਕਿੰਨਾ ਪੈਸਾ ਆਇਆ ਤੇ ਕਿੱਥੇ ਕਿੱਥੇ ਯੂਟਿਲਾਈਜ਼ ਹੋਇਆ, ਉਹ ਸਾਰੀਆਂ ਬੈਲੈਂਸ ਸ਼ੀਟਸ ਸਾਡੀਆਂ ਵੈਬਸਾਈਟ ਤੇ ਚਲੀ ਜਾਂਦੀਆਂ prabhasra.org।
ਸਾਡੀ ਵੈਬਸਾਈਟ ਹੈਗੀ ਆ, ਤੇ ਉਹਦੇ ਤੇ ਨਾਲ ਦੀ ਨਾਲ ਅਸੀਂ ਰੈਗੂਲਰ ਪਾਉਂਦੇ ਆ। ਨਾਲ ਹੀ ਅਸੀਂ ਸਾਡੇ ਇੰਸਟਾਗ੍ਰਾਮ, ਫੇਸਬੁੱਕ, YouTube ਤੇ ਵੀਡੀਓਜ਼ ਹੈਗੀਆਂ, ਜਿਹੜਾ ਸੰਗਤ ਇੱਥੇ ਘਰ ਬੈਠੇ ਵੀ ਆਨਲਾਈਨ ਸਾਰਾ ਚੈੱਕ ਕਰ ਸਕਦੇ ਹੈਗੇ ਆ। ਬਾਕੀ ਜਿਹੜਾ ਵੀ ਇੰਡੀਆ ਜਾਂਦਾ, ਅਸੀਂ ਤਾਂ ਹਮੇਸ਼ਾ ਬੇਨਤੀ ਕਰਦੇ ਆ ਕਿ ਜੇ ਅਗਰ ਆਪ ਵੀ ਨਹੀਂ ਜਾ ਪਾਉਂਦੇ, ਆਪ ਆਪਣੇ ਰਿਲੇਟਿਵਸ ਨੂੰ ਕਹਿ ਸਕਦੇ ਹੋ, ਆਪਣੇ ਦੋਸਤ ਮਿੱਤਰ ਨੂੰ ਕਹਿ ਸਕਦੇ ਹੋ ਕਿ ਇੱਕ ਵਾਰੀ ਉੱਥੇ ਜਾ ਕੇ ਜ਼ਰੂਰ ਦੇਖੋ ਵੀ ਕੀ ਹੋ ਰਿਹਾ, ਕਿੱਦਾਂ ਕੰਮ ਚੱਲ ਰਿਹਾ ਹੈਗਾ। ਤੇ ਸਾਡੀਆਂ 4 ਲੋਕੇਸ਼ਨਸ ਹੈਗੀਆਂ, ਇੱਕ ਤਾਂ ਕੁਰਾਲੀ ਵਿਖੇ ਸਾਡੀਆਂ 2 ਹੈਗੀਆਂ, ਇੱਕ ਹਸਪੀਟਲ ਵਾਲੀ ਤੇ ਇੱਕ ਪਟਿਆਲਾ 'ਚ ਸਾਡੀ ਜਿਹੜਾ ਹੋਮ ਹੈਗਾ ਇਹਨਾਂ ਵਾਸਤੇ, ਹੋਮਲੈਸ ਲਈ। ਤੇ ਇੱਕ ਸਾਡੀ ਝੰਜੇੜੀ ਲਾਂਡਰਾ ਰੋਡ ਤੇ ਹੈਗੀ ਆ ਉੱਥੇ, ਤੇ ਇੱਕ ਲੁਧਿਆਣੇ ਕੋਲ ਫੇਰੂ ਰਾਈ ਹੈਗੀ ਆ ਰਾਏਕੋਟ ਦੇ ਨੇੜੇ, ਤੇ ਉੱਥੇ ਜਾ ਕੇ ਖੁਦ ਦੇਖ ਸਕਦੇ ਹੈਗੇ ਜੀ, ਵਿਜ਼ਿਟ ਕਰ ਸਕਦੇ ਆ। ਬਿਲਕੁਲ। ਸੋ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਹਾਂਜੀ, ਮੈਂ ਸਭ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਵੀ ਆਪ ਜਿਵੇਂ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਕਿ ਜਦੋਂ ਵੀ ਜਿਹੜਾ ਸਾਡਾ ਨਿਸ਼ਾਨ ਸਾਹਿਬ ਹੈਗਾ, ਉਹ ਸਾਨੂੰ ਇਹੀ ਇੰਡੀਕੇਸ਼ਨ ਦਿੰਦਾ ਸੀਗਾ, ਨਿਥਾਵਿਆਂ ਦਾ ਥਾਂ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਕਿ ਦੂਰੋਂ ਇੰਡੀਕੇਸ਼ਨ ਹੈ ਕਿ ਜਿੱਥੇ ਵੀ ਗੁਰਦੁਆਰਾ ਸਾਹਿਬ ਹੈਗੇ ਆ ਵੀ ਇੱਥੇ ਇਹ ਚੀਜ਼ ਪ੍ਰੋਵੀਜ਼ਨ ਹੋਏਗੀ। ਬਟ ਅੱਜ ਦੀ ਡੇਟ 'ਚ ਜੇ ਉਹ ਉੱਥੇ ਪ੍ਰੋਵੀਜ਼ਨ ਨਹੀਂ ਹੈ, ਉਹ ਸ਼ੈਲਟਰ ਹੋਮ ਨਹੀਂ ਹੈਗੇ, ਜਾਂ ਜਿੱਥੇ ਗੁਰੂ ਸਾਹਿਬਾਨ ਦੇ ਟਾਈਮ ਵੀ ਲਾਚਾਰ ਸੀ ਜਾਂ ਅਕਾਲ ਪੈਂਦਾ ਸੀਗਾ, ਗੁਰੂ ਸਾਹਿਬ ਉੱਥੇ ਜਾ ਕੇ ਆਪਣੀਆਂ ਗੋਲਕਾਂ ਯੂਜ਼ ਕਰ ਲੈਂਦੇ ਸੀ। ਜਿੱਥੇ ਪਾਣੀ ਦੀ ਲੋੜ ਹੁੰਦੀ ਸੀਗੀ, ਖੂਹ ਵੀ ਖੋਦਦੇ ਸੀ, ਸ਼ਹਿਟਾਂ ਵੀ ਪਾਉਂਦੇ ਸੀ, ਹਟਾਂ ਵੀ ਪਾਉਂਦੇ ਸੀ, ਤੇ ਇਹ ਸਾਰਾ ਸੰਗਤ ਹੀ ਕਰਦੀ ਸੀ। ਜੇ ਕਿਤੇ ਦਵਾਖਾਨਾ ਖੋਲ੍ਹਣ ਦੀ ਲੋੜ ਸੀ, ਕੀਰਤਪੁਰ ਸਾਹਿਬ ਸਾਡਾ ਸਭ ਤੋਂ ਵੱਡਾ ਦਵਾਖਾਨਾ ਹੁੰਦਾ ਸੀਗਾ, ਤੇ ਉਹ ਵੀ ਜਿੱਥੇ ਦਾਰਾ ਸ਼ਿਕੋ ਵਰਗੇ ਵੀ ਆ ਕੇ ਟ੍ਰੀਟਮੈਂਟ ਕਰਵਾ ਕੇ ਗਏ ਆ, ਤੇ ਇਹ ਸਾਰਾ ਫ੍ਰੀ ਹੁੰਦਾ ਸੀਗਾ, ਸੇਵਾ 'ਚ ਹੀ ਚੱਲਦਾ ਸੀਗਾ, ਤੇ ਸੰਗਤ ਦੇ ਸਹਿਯੋਗ ਨਾਲ। ਸਾਨੂੰ ਗੁਰੂ ਸਾਹਿਬਾਨ ਨੇ ਸਿਖਾਇਆ, ਸਾਨੂੰ ਮੱਤ ਦਿੱਤੀ ਹੈ ਕਿ ਵੀ ਅਸੀਂ ਚੰਗੇ ਲਈ ਇਨਸਾਨੀਅਤ ਦੇ ਆਧਾਰ 'ਤੇ ਅਸੀਂ ਕੰਮ ਕਰਨਾ ਹੈ, ਤੇ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਹੀ ਪੋਸੀਬਲ ਹੈ। ਤੇ ਇਸੇ ਕਰਕੇ ਆਸ ਕਰਕੇ ਆਉਂਦੇ ਹਾਂ ਕਿ ਵੀ ਆਪ ਵੀ ਪ੍ਰਭ ਆਸਰਾ ਦੇ ਟੀਮ ਦਾ ਹਿੱਸਾ ਬਣੋ, ਤੇ ਸਾਡੇ ਨਾਲ ਜੁੜ ਕੇ ਨਾਲ ਸਪੋਰਟ ਵਿੱਚ ਖੜੋ, ਤੇ ਜਿੱਥੇ ਜਿੱਥੇ ਲੋੜ ਹੈਗੀ ਹੈ, ਕਈ ਵਾਰੀ ਨੀਡੀ ਇੱਥੇ ਵੀ ਹੁੰਦਾ ਹੈਗਾ, ਉਹਦੀ ਵੀ ਸਪੋਰਟ 'ਚ ਖੜੋ, ਤਾਂ ਕਿ ਕੋਈ ਵੀ ਲਾਚਾਰ ਆਪਣੀ ਜ਼ਿੰਦਗੀ ਤੋਂ ਨਾ ਹੱਥ ਤੋਂ ਬੈਠੇ। ਆਪ ਸਭ ਦੀ ਸਪੋਰਟ ਬਹੁਤ ਜ਼ਰੂਰੀ ਹੈ ਜੀ। ਕਾਲਰਸ ਵੀ ਕੁਝ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਅੱਜ ਤੁਹਾਡੇ ਪ੍ਰੋਗਰਾਮ ਸੁਣਦੇ ਆ ਨਾ ਜੀ, ਹੈ ਨਾ, ਇਹਦੇ ਵਿੱਚ ਬੱਚੇ ਜਿਵੇਂ ਕਹਿੰਦੇ ਆ ਵੀ ਬੱਚੇ ਆਏ ਹੁੰਦੇ ਆ, ਕੋਈ ਇਹਦੇ ਵਿੱਚੋਂ ਬੱਚਾ ਮਿਲ ਸਕਦਾ? ਓਕੇ। ਸਾਨੂੰ ਬਹੁਤ ਜ਼ਰੂਰਤ ਹੈ, ਸਾਡੇ ਬੱਚਾ ਹੈ ਨਹੀਂ। ਅੱਛਾ ਜੀ, ਤੁਸੀਂ ਰਜਿੰਦਰ ਕੌਰ ਜੀ ਨੂੰ ਸਾਰੀ ਚੀਜ਼ ਦੱਸ ਸਕਦੇ ਹੋ। ਉਹਨਾਂ ਨੇ ਆਪਣਾ ਫੋਨ ਨੰਬਰ ਵੀ ਬੋਲਿਆ, ਪਰ ਮੈਂ ਸ਼ੋਅ ਦੇ ਵਿੱਚ ਵੀ ਉਹਨਾਂ ਨਾਲ ਗੱਲ ਕਰ ਲੈਂਦੀ ਆ ਕਿ ਗੱਲ ਕਰਾ ਦਿਓ। ਅਡਾਪਸ਼ਨ ਬਿਲਕੁਲ ਉਹ ਨਾਲ ਹੀ ਨੇ ਸਾਡੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਸਲ 'ਚ ਜਿਹੜੀ ਅਡਾਪਸ਼ਨ ਹੁੰਦੀ ਹੈ ਅੰਡਰ ਗਵਰਨਮੈਂਟ ਦਾ ਇੱਕ ਪ੍ਰੋਸੀਜਰ ਹੈਗਾ, CARA, ਕਾਰਾ ਦੇ ਅੰਡਰ ਹੀ ਅਡਾਪਸ਼ਨ ਹੁੰਦੀ ਹੈ, ਜਾਂ ਫੋਰਨ ਕੰਟਰੀਜ਼ ਤੋਂ SAA ਸਾਹ ਦੇ ਅੰਡਰ ਅਡਾਪਸ਼ਨ ਹੋ ਜਾਂਦੀ ਹੈਗੀ ਹੈ। ਇਹ ਏਜੰਸੀਜ਼ ਹੈਗੀਆਂ ਜਿਹੜੀਆਂ ਸਰਕਾਰ ਨੇ ਬਣਾਈਆਂ। ਸਾਡੇ ਕੋਲ ਜਿਹੜੇ ਬੱਚੇ ਆਉਂਦੇ ਹੈਗੇ ਆ, ਉਹਨਾਂ ਨੂੰ ਵੀ ਅਡਾਪਸ਼ਨ ਏਜੰਸੀ ਭੇਜ ਦਿੱਤੇ ਜਾਂਦੇ ਜਿਹੜੇ ਕਿ ਅਡਾਪਸ਼ਨ ਦੇ ਲਾਇਕ ਹੁੰਦੇ ਆ। ਹੁਣ ਕਾਫੀ ਬੱਚੇ ਜਿਹੜੇ ਸਾਡੇ ਕੋਲ ਆਉਂਦੇ ਅਡਾਪਸ਼ਨ ਦੇ ਲਾਇਕ ਹੀ ਨਹੀਂ ਹੈ, ਜਾਂ ਤਾਂ ਉਹਨਾਂ ਦੀਆਂ ਮਦਰਸ ਉਹਨਾਂ ਦੇ ਨਾਲ ਹੈਗੀਆਂ, ਜਾਂ ਫਿਰ ਉਹ ਬਲਾਈਂਡ ਹੈਗੇ ਆ, ਜਾਂ ਮੈਂਟਲੀ ਅਨਸਟੇਬਲ ਹੈਗੇ ਆ, ਸੈਰੀਬਰਲ ਪਾਲਸੀ ਤੋਂ ਪੀੜਿਤ ਹੈਗੇ ਆ, ਜਾਂ ਰਿਟਾਰਡੇਸ਼ਨ ਹੈਗੀ ਆ। ਸੋ ਜਿਹੜੇ ਬੱਚੇ ਚੰਗੇ ਹੁੰਦੇ ਆ, ਜਿਹੜੇ ਅਡਾਪਟ ਹੋ ਸਕਦੇ ਆ, ਉਹਨਾਂ ਨੂੰ ਅਡਾਪਸ਼ਨ ਏਜੰਸੀ ਭੇਜਿਆ ਜਾਂਦਾ ਹੈਗਾ। ਉੱਥੋਂ ਫਿਰ ਜਿਹੜਾ ਗਵਰਨਮੈਂਟਲ ਪ੍ਰੋਸੀਜਰ, ਲੀਗਲ ਪ੍ਰੋਸੀਜਰ ਹੈਗਾ, ਉਹਦੇ ਥਰੂ ਅਡਾਪਸ਼ਨ ਹੋ ਜਾਂਦੀ ਹੈ ਜੀ। ਜੀ ਠੀਕ ਹੈ ਜੀ, ਤੁਸੀਂ ਟੀਵੀ ਦੀ ਵੋਲਿਊਮ ਐਕਚੁਅਲੀ ਘਟਾ ਲਓ ਥੋੜੀ ਜੀ। ਤੁਹਾਨੂੰ ਪ੍ਰੋਸੈਸ ਪਤਾ ਲੱਗ ਗਿਆ। ਇਸ ਦੇ ਬਾਵਜੂਦ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ, ਰਜਿੰਦਰ ਜੀ ਨੇ ਆਪਣਾ ਨੰਬਰ, ਫੋਨ ਨੰਬਰ ਜਿਹੜਾ ਹੈ ਉਹ ਬੋਲਿਆ, ਤੇ ਤੁਸੀਂ ਇਹਨਾਂ ਨਾਲ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਹੋ। ਥੈਂਕ ਯੂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ ਬਸ ਵੈਸੇ ਕਾਲ ਕਰਦੇ ਸੀਗੇ ਬੀਬੀ ਜੀ ਦਾ, ਤੇ ਤੁਹਾਡਾ ਚੈਨਲ ਪੰਜਾਬੀ ਦਾ ਧੰਨਵਾਦ ਕਰਦੇ ਹਾਂ ਜੀ। ਥੈਂਕ ਯੂ ਜੀ। ਅਸੀਂ ਲਾਈਨ ਤੇ ਰਹੀਏ ਜਾਂ? ਨਹੀਂ, ਤੁਸੀਂ ਦੱਸ ਸਕਦੇ ਹੋ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੱਸੋ। ਹਾਂਜੀ ਬਸ ਇਹੀ ਜੀ, ਧੰਨਵਾਦ ਕਰਦੇ ਹਾਂ ਜੀ, ਬਹੁਤ ਵਧੀਆ ਇਹਨਾਂ ਦਾ, ਮਤਲਬ ਜਿਹੜੀ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ, ਟਰੂ ਆ ਬਿਲਕੁਲ। ਜੀ ਜੀ ਜੀ। ਅਸੀਂ ਉੱਥੇ ਗਏ ਵੀ ਆ, ਦੇਖਿਆ ਆਪ ਜਾ ਕੇ, ਤੇ ਵਿਜ਼ਿਟ ਕਰੋ ਸਾਰੇ ਜਾਣੇ। ਅਸੀਂ ਤਾਂ ਇਹੀ ਮਤਲਬ ਕਵਾਂਗੇ ਸਾਰੇ ਦਰਸ਼ਕ ਜਿਹੜੇ ਦੇਖ ਰਹੇ ਨੇ ਜੀ।
ਜੀ ਠੀਕ ਹੈ ਜੀ, Thank ਥੈਂਕ you ਯੂ ਜੀ, ਸਰ, thank you। ਥੈਂਕ ਯੂ ਓਕੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸ਼ੈਲੀ ਜੀ, ਮੈਂ ਢਿੱਲੋਂ ਬੋਲਦੀ ਹਾਂ। ਜੀ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਰਜਿੰਦਰ ਕੌਰ ਭੈਣ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਮੈਂ ਨਾ 3 ਸਾਲ ਪਹਿਲਾਂ ਗਈ ਸੀਗੀ ਤੇ ਮੈਂ ਇੱਥੇ ਵਿਜ਼ਿਟ ਕਰਕੇ ਆਈ ਸੀਗੀ। ਹੂੰ ਸੋ ਇਹ ਬਹੁਤ ਹੀ ਵੱਡੀ ਸੇਵਾ ਕਰਦੇ ਆ, ਬੜਾ ਮਨ ਖੁਸ਼ ਹੋਇਆ ਸੀਗਾ ਕਿ ਦੇਖੋ ਜਿਹੜੇ ਬੱਚੇ ਬਿਲਕੁਲ ਹੀ ਵਿਚਾਰੇ ਲਾਚਾਰ ਜੇ, ਉਹਨਾਂ ਨੂੰ ਕਿੰਨੀ ਸਾਂਭ ਸੰਭਾਲ ਦੀ ਉੱਥੇ ਲੋੜ ਹੈਗੀ, ਕਰਦੇ ਨੇ ਹਨਾ। ਜੀ ਬਿਲਕੁਲ ਸੋ ਜਿੰਨਾ ਕੁ ਮੇਰੇ ਕੋਲ ਸਰਿਆ ਬਣਿਆ ਸੀ ਮੈਂ ਦੇਖ ਕੇ ਵੀ ਆਈ ਸੀ, ਪਰ ਇਹਨਾਂ ਦੀ ਦਾਤ ਦੇਣੀ ਪਏਗੀ ਜੇ ਬਹੁਤ ਵੱਡੀ ਸੇਵਾ ਕਰ ਰਹੇ ਆ ਸਮਾਜ ਦੀ ਹਨਾ। ਜੀ ਸੋ ਬਿਲਕੁਲ ਮੈਂ ਇੰਨਾ ਕੀ ਕਹਿਣਾ ਸੀਗਾ, ਬਹੁਤ ਅੱਛਾ ਲੱਗਿਆ ਸੀ ਮੈਨੂੰ ਜਾ ਕੇ ਉੱਥੇ। ਜੀ Thank ਢਿੱਲੋਂ you ਜੀ, ਜੀ, ਥੈਂਕ ਯੂ ਧੰਨਵਾਦ ਢਿੱਲੋਂ ਜੀ, ਜੀ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਆਹੀ ਬਸ ਬੱਚੇ ਵਾਸਤੇ ਪੁੱਛਦੇ ਹਾਂ ਜੀ। ਅੱਛਾ ਠੀਕ ਹੈ ਜੀ। ਇਹ ਐਕਚੁਅਲੀ ਇਹਦੇ ਸੰਬੰਧੀ ਗੱਲ ਕੀਤੀ ਹੈ ਰਜਿੰਦਰ ਜੀ ਨੇ, ਤੇ ਤੁਸੀਂ ਉਹਨਾਂ ਨੇ ਆਪਣਾ ਫੋਨ ਨੰਬਰ ਬੋਲਿਆ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਉਹਨਾਂ ਦੇ ਫੋਨ ਤੇ, ਉਹ ਤੁਹਾਨੂੰ ਸਾਰੀ ਡਿਟੇਲ ਦੱਸ ਆਵਾਜ਼ ਦੇਣਗੇ। ਥੋੜੀ ਜਿਹੀ ਘੱਟ ਆਉਂਦੀ ਆ, ਮੈਨੂੰ ਆਉਂਦੀ ਨਹੀਂ ਤੁਹਾਡੀ ਆਵਾਜ਼। ਜੀ ਤੁਸੀਂ ਜੀ ਰਜਿੰਦਰ ਕੌਰ ਜੀ ਦਾ ਨੰਬਰ, ਫੋਨ ਨੰਬਰ ਆ ਰਿਹਾ ਟੀਵੀ ਸਕਰੀਨ ਤੇ, ਉਹ ਨੋਟ ਕਰੋ ਤੇ ਇਹਨਾਂ ਨੂੰ ਕਾਲ ਕਰਕੇ ਉਸ ਤੇ ਗੱਲ ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ, ਥੈਂਕ ਯੂ। ਸੋ ਬਹੁਤ ਸਾਰੇ ਕਾਲਰ ਆਖਰੀ ਮੂਮੈਂਟ ਤੇ ਆਪਾਂ ਨੂੰ ਕਾਲ ਰਜਿੰਦਰ ਜੀ ਕਰ ਰਹੇ ਸੀਗੇ। ਐਨੀਵੇ ਜਿਸ ਤਰੀਕੇ ਨਾਲ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਨੇ, ਮੈਂ ਜਿਵੇਂ ਅਸੀਂ ਜ਼ਿਕਰ ਕੀਤਾ ਸੀਗਾ ਕਿ ਜਦੋਂ ਮਦਦ ਮੰਗੀ ਜਾਏ ਤਾਂ ਮਦਦ ਦੇ ਬਹੁਤ ਸਾਰੇ ਹੱਥ ਜਿਹੜੇ ਨੇ ਉਹ ਹਮੇਸ਼ਾ ਅੱਗੇ ਆ ਜਾਂਦੇ ਨੇ। ਪੁਰਾਣੀ ਸੰਸਥਾ ਹੈ, ਸਾਰੇ ਲੋਕ ਜਾਣਦੇ ਨੇ, ਕੰਮ ਵੀ ਸਾਰੇ ਦੇਖਦੇ ਨੇ। ਨੋ ਡਾਊਟ ਇਸ ਵੇਲੇ ਜਿੰਨਾ ਜ਼ਰੂਰਤਮੰਦਾਂ ਨੂੰ ਸਹਾਰੇ ਦੀ ਲੋੜ ਹੈ, ਮੇਰੇ ਖਿਆਲ ਦੇ ਵਿੱਚ ਜਿਹੜੀ ਕਮਿਊਨਿਟੀ ਹੈ, ਲੋਕ ਹੈ, ਉਹ ਖੁੱਲ੍ਹ ਕੇ ਜਿਹੜਾ ਉਹ ਦਾਨ ਵੀ ਦਿੰਦੇ ਨੇ ਤੇ ਖੁੱਲ੍ਹ ਕੇ ਜਿਹੜਾ ਸੇਵਾ ਲਈ ਹਮੇਸ਼ਾ ਤਿਆਰ ਵੀ ਰਹਿੰਦੇ ਨੇ। ਬਿਲਕੁਲ ਜੀ। ਜੀ ਰਜਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ, ਤੇ ਬਹੁਤ ਚੰਗਾ ਤੁਸੀਂ ਕੰਮ ਕਰਦੇ ਹੋ ਤੇ ਸਾਡੇ ਵੱਲੋਂ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਵੀ ਹਿੰਮਤ ਹੌਸਲੇ ਨਾਲ ਐਵੇਂ ਹੀ ਜੁਟੇ ਰਹੋ। ਅਸੀਂ ਸਾਰੇ ਨਾਲ ਮਤਲਬ ਜੁੜੇ ਹੋਏ ਹਾਂ ਔਰ ਹਮੇਸ਼ਾ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਹੈ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ, ਉਹਨਾਂ ਵਾਸਤੇ ਮਦਦ ਦੇ ਹੱਥ ਹਮੇਸ਼ਾ ਅੱਗੇ ਆਈ ਜਾਂਦੇ ਨੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਜੀ। ਸਾਰਿਆਂ ਦਾ। ਥੈਂਕ ਯੂ ਜੀ। ਸੋ ਨਿਆਸਿਆਂ ਦਾ ਆਸਰਾ ਪ੍ਰਭ ਆਸਰਾ, ਪ੍ਰਭ ਆਸਰਾ ਸੰਸਥਾ ਦੇ ਵੱਲੋਂ ਜਿਹੜੀ ਹੈ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ, ਜ਼ਰੂਰਤਮੰਦਾਂ ਦੇ ਨਾਲ ਖੜਿਆ ਜਾਵੇ, ਉਹਨਾਂ ਦੀ ਮਦਦ ਜਿਹੜੀ ਹੈ ਖੁੱਲ੍ਹ ਕੇ ਕੀਤੀ ਜਾਏ। ਸੋ ਸਾਡੀ ਸਾਰਿਆਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਹਨੂੰ ਵੀ ਕਿਸੇ ਨੂੰ ਮਦਦ ਦੀ ਲੋੜ ਹੈ ਤੇ ਅਸੀਂ ਸਾਰੇ ਵੀ ਮਦਦ ਵਾਸਤੇ ਅੱਗੇ ਆਈਏ, ਖੁੱਲ੍ਹ ਕੇ ਕਿਸੇ ਦੀ ਅਸੀਂ ਹੈਲਪ ਕਰ ਸਕਦੇ ਹਾਂ ਤੇ ਜ਼ਰੂਰ ਕਰੀਏ, ਕਿਉਂਕਿ ਪ੍ਰਭ ਆਸਰਾ ਜਿਹੜੀ ਹੈ ਉਹ ਪ੍ਰਭੂ ਦੇ ਬਣਾਏ ਜਿਹੜੇ ਬੰਦੇ ਨੇ, ਪ੍ਰਭੂ ਦੇ ਬਣਾਏ ਜਿਹੜੇ ਲੋਕ ਨੇ, ਉਹਨਾਂ ਦੀ ਸਹਾਇਤਾ ਕਰ ਰਹੀ ਹੈ। ਸੋ ਸੇਵਾ ਮੈਂ ਪਹਿਲਾਂ ਵੀ ਕਿਹਾ ਸੀ ਬਹੁਤ ਸੋਹਣਾ ਸ਼ਬਦ ਹੈ, ਕਰਨਾ ਬਹੁਤ ਔਖਾ ਹੁੰਦਾ ਹੈ। ਉਹ ਵੀ ਇਹੋ ਜਿਹੇ ਜ਼ਮਾਨੇ 'ਚ ਜਿੱਥੇ ਆਪਣੇ ਆਪਣਿਆਂ ਨੂੰ ਨਹੀਂ ਸਾਂਭਦੇ, ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਬੇਸ਼ੱਕ ਇਸ ਗੱਲ ਵੱਲ ਹਮੇਸ਼ਾ ਖਿਆਲ ਦਿੰਦੇ ਨੇ, ਧਿਆਨ ਰੱਖਦੇ ਨੇ ਕਿ ਸੇਵਾ ਕਰਨਾ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਵੀ ਹੁੰਦਾ ਹੈ। ਸੋ ਸਾਨੂੰ ਸਾਰਿਆਂ ਨੂੰ ਖੁੱਲ੍ਹ ਕੇ ਜਿਹੜਾ ਸੇਵਾ ਲਈ ਹਰ ਕਿਸੇ ਦੀ ਹਮੇਸ਼ਾ ਅੱਗੇ ਆਉਂਦੇ ਰਹਿਣਾ ਚਾਹੀਦਾ ਹੈ। ਇਜਾਜ਼ਤ ਦਿਓ, ਕੱਲ ਫਿਰ ਤੋਂ ਦਾ ਮਾਰਨਿੰਗ ਸ਼ੋਅ ਦੇ ਵਿੱਚ ਮਿਲਾਂਗੇ ਔਰ ਕੱਲ ਦਾ ਦਿਨ ਮਾਰਨਿੰਗ ਸ਼ੋਅ ਦੇ ਵਿੱਚ ਕੁਝ ਅਜਿਹੇ ਆਰਟਿਸਟ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੋਣਗੇ, ਖੂਬ ਧੁੰਮਾਂ ਪਾਉਣਗੇ ਤੇ ਉਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ। ਮੈਂ ਹਜੇ ਨਾਮ ਨਹੀਂ ਦੱਸਾਂਗੀ ਕਿਉਂਕਿ ਕੱਲ ਹੀ ਤੁਹਾਨੂੰ ਮਾਰਨਿੰਗ ਸ਼ੋਅ ਦੇ ਵਿੱਚ ਮੈਂ ਉਹਨਾਂ ਦੇ ਨਾਲ ਡਾਇਰੈਕਟ ਮੁਲਾਕਾਤ ਕਰਵਾਵਾਂਗੀ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।